तूने की ते तेरा यकीन उठा इसलिए तू यसू दे रथ चढ़ी भी पा तेरा कम नहीं ऊंचा ते तोश लबने यसू कुछ भी कर सकता विच अज असी तुहाडे वास्ते एक नवा प्रोग्राम लैके हाज़र होए हां जिसका नाम है यसू दे नक्शे कदम उत्ते तुरदियां होया। इहदे विच मैं पढ़ना चाहांगी सब तो पहले कि किस तरीके नाल शुरुआत दे विच ही एक केओस जिन्हों आपां कहने कि एक मुश्किलाहत ਜਾਂ फिर कहने कि ये मुसीबत ਜਾਂ एक मिक्सअप किस तरह शुरुआत दे विच ही किस तरह शुरू होया। सब तो पहला जेनेसिस पहले चैप्टर दियां मैं 2 आयतां इंग्लिश च पढ़ांगी। In the beginning God created the heaven and the earth. The earth was without form and void. The darkness was on the face of the depth. And the Spirit of God was hovering over the face of the water. ਅਸੀਂ ਪੜ੍ਹਿਆ ਹੈ ਕਿ ਸ਼ੁਰੂਆਤ ਦੇ ਵਿੱਚ ਖੁਦਾ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ। ਧਰਤੀ ਬੇਡੌਲ ਤੇ ਸੁੰਜੀ ਸੀ ਤੇ ਡੂੰਘਾਈ ਉੱਤੇ ਹਨੇਰਾ ਸੀ ਅਤੇ ਖੁਦਾ ਦਾ ਰੂਹ ਪਾਣੀਆਂ ਦੇ ਉੱਤੇ ਜੁੰਮਸ਼ ਕਰਦਾ ਸੀ। ਹੁਣ ਅਸੀਂ ਦੇਖਣਾ ਕਿ ਮੈਂ ਆਸ ਕਰਦੀ ਹਾਂ ਕਿ ਇਹ ਜਿਹੜਾ ਅਸੀਂ ਸ਼ੁਰੂ ਕੀਤਾ ਆ ਸੁਣਿਆ ਇਸ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣਾ ਇਹਦੇ ਵਿੱਚ ਤੁਸੀਂ ਸਾਰੇ ਬਹੁਤ ਬਰਕਤ ਪਾਓਗੇ। ਅਸੀਂ ਦੇਖਦੇ ਹਾਂ ਕਿ ਕਿਉਂ ਲੋਕਾਂ ਨੇ ਇਸ ਦੁਨੀਆ ਦੇ ਉੱਤੇ ਜਿਹੜੀ ਸ਼ੁਰੂ ਦੇ ਵਿੱਚ ਇੱਕ ਮੁਸ਼ਕਿਲ ਆ ਗਈ ਸਫਰ ਕਿਉਂ ਸ਼ੁਰੂ ਹੋ ਗਿਆ ਦੁਨੀਆ ਤੇ ਸਫਰਿੰਗ ਮੁਸ਼ਕਿਲਾਂ ਸ਼ੁਰੂ ਕਿਉਂ ਹੋ ਗਈ ਐਂਡ ਅਸੀਂ ਅੱਜ ਵੀ ਉਹਨਾਂ ਮੁਸ਼ਕਿਲਾਂ ਦੇ ਵਿੱਚੋਂ ਜਾ ਰਹੇ ਹਾਂ। We hope this will help you understand why so many people suffer in this world and cause others to suffer and how they can find a way out of the problem. In addition, we want to awaken your faith so that you may take advantage of your rights before God the Father through the name of Lord Jesus Christ and by the work and grace of Holy Spirit. मैं क्या कि ਅਸੀਂ ਇਹ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਕੋਸ਼ਿਸ਼ ਕਰੀਏ ਕਿ ਤੁਹਾਨੂੰ ਸਮਝਾਈਏ ਕਿ ਸਾਨੂੰ ਆਪਣੇ ਹੱਕਾਂ ਦੀ ਸਮਝ ਆ ਸਕੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀਆਂ ਜਿਹੜੀਆਂ ਸ਼ੁਰੂਆਤ ਦੇ ਵਿੱਚ ਹੀ ਮੁਸ਼ਕਲਾਂ ਸ਼ੁਰੂ ਹੋ ਗਈਆਂ ਉਹਨਾਂ ਤੋਂ ਅਸੀਂ ਖੁਦਾ ਦੀ ਹੱਕ ਦੇ ਨਾਲ ਕਿਸ ਤਰ੍ਹਾਂ ਅਸੀਂ ਰਿਹਾਈ ਪਾ ਸਕਦੇ ਹਾਂ ਪਾਕਰੂ ਦੀ ਮਦਦ ਨਾਲ। In the 2 first verses of Genesis we find what appears to be contradiction. The first verse say God created the heaven and earth and the second verse say the earth was without form and void. The obvious question is how could God have created something without form and void and why? What could his purpose have been? ਪਹਿਲੇ ਦੋ ਅਸੀਂ ਜਿਸ ਤਰ੍ਹਾਂ ਆਇਤਾਂ ਵਿੱਚ ਪੜ੍ਹਿਆ ਕਿ ਅਸੀਂ ਇਹ ਇੱਕ ਦੂਸਰੇ ਦੇ ਖਿਲਾਫ ਗੱਲ ਹੁੰਦੀ ਕਿ ਖੁਦਾ ਨੇ ਧਰਤੀ ਤੇ ਅਸਮਾਨ ਬਣਾਇਆ ਤੇ ਅਸੀਂ ਦੂਸਰੀ ਆਇਤ 'ਚ ਪੜ੍ਹਿਆ ਕਿ ਉਹਦੀ ਕੋਈ ਸ਼ੇਪ ਤੇ ਉਹਦੀ ਕੋਈ ਜਿਸ ਤਰ੍ਹਾਂ ਫੋਮ ਜਿਹਨੂੰ ਆਪਾਂ ਕਹਿ ਸਕਦੇ ਕਿ ਉਹਦੀ ਕੋਈ ਸ਼ਕਲ ਤੇ ਉਹਦਾ ਕੋਈ ਵਜੂਦ ਜਿਹੜਾ ਉਹ ਨਹੀਂ ਸੀ। ਤੇ ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਖੁਦਾ ਨੇ ਕੁਛ ਇਹੋ ਜਿਹਾ ਕਿਸ ਤਰ੍ਹਾਂ ਬਣਾਇਆ ਜਿਹਦਾ ਕੋਈ ਵਜੂਦ ਜਾਂ ਜਿਹਦੀ ਕੋਈ ਸ਼ੇਪ ਭਾਵ ਜਿਹਦੀ ਕੋਈ ਸ਼ਕਲ ਨਾ ਹੋਏ ਤੇ ਉਹਦਾ ਇਹ ਕਰਨ ਦਾ ਮਤਲਬ ਕੀ ਹੋਏਗਾ ਅਸੀਂ ਦੇਖਦੇ ਹਾਂ ਅੱਗੇ। In reality the heaven and earth were so perfect that God himself when they were first created. This is obvious since God is not a man, the work of his hand cannot possibly have flaw or defects. ਅਸੀਂ ਦੇਖਿਆ ਕਿ ਜਦੋਂ ਉਹਨੇ ਧਰਤੀ ਤੇ ਅਸਮਾਨ ਨੂੰ ਬਣਾਇਆ ਤੇ ਇਹ ਗੱਲ ਜਿਹੜੀ ਸਮਝ ਵਿੱਚ ਆਉਂਦੀ ਹੈ ਕਿ ਕਿਉਂਕਿ ਉਹ ਇਨਸਾਨ ਤੇ ਹੈ ਨਹੀਂ ਉਹ ਖੁਦਾ ਆ ਤੇ ਉਹ ਕੁਛ ਗਲਤ ਜਾਂ ਕੁਛ ਵੀ ਜਿਹੜਾ ਜਿਹਨੂੰ ਜ਼ਰੂਰਤ ਹੋਵੇ ਸਹੀ ਕਰਨ ਦੀ ਉਹ ਇਸ ਤਰ੍ਹਾਂ ਦਾ ਨਹੀਂ ਬਣਾਉਂਦਾ ਕਿਉਂਕਿ ਉਹ ਲਿਮਿਟਲੈਸ ਆ ਕਿਉਂਕਿ ਉਹ ਵਜੂਦ ਜਿਹੜਾ ਉਹਦੇ ਤੇ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਇੱਥੋਂ ਖਤਮ ਹੋ ਕੇ ਇੱਥੇ ਸ਼ੁਰੂ ਹੁੰਦਾ। ਹੀ ਇਜ਼ omnipotent and omnipotent। ਅਸੀਂ ਦੇਖਦੇ ਹਾਂ ਕਿ ਉਹ omnipotent ਆ omnipresent ਆ ਤੇ omniscient ਆ
For his name alone is exalted, his glory above earth and heaven. ਇਹ ਚੀਜ਼ ਅਸੀਂ ਜ਼ਬੂਰ 148 ਦੀ 13ਵੀਂ ਆਇਤ 'ਚ ਵੀ ਪੜ੍ਹਦੇ ਹਾਂ ਕਿ ਉਹਦੀ ਜਿਹੜੀ ਮਹਿਮਾ ਆ, ਉਹਦੀ ਜਿਹੜੀ ਉਹ ਸਾਰੀ ਦੁਨੀਆ ਦੇ ਉੱਤੇ ਕੀ ਬਲਕਿ ਸਾਰੇ ਸਵਰਗ ਵਿੱਚ ਫਿਰਦੌਸ ਦੇ ਉੱਤੇ ਵੀ ਜਿਹੜੀ ਆ ਉਹ ਗਾਈ ਜਾਂਦੀ, ਕਿਉਂਕਿ ਉਹਦਾ ਜਿਹੜਾ ਨਾਂ ਆ, ਤਾਂ ਕਿ ਉਹਦਾ ਨਾਂ ਇਕੱਲਾ ਸਿਰਫ ਉਹਦਾ ਨਾਂ ਹੀ ਜਿਹੜਾ ਨਾ ਉਹ ਬਹੁਤ ਮਹਾਨਤਾ, ਉਹਦਾ ਨਾਂ ਬਹੁਤ ਮਹਿਮਾ ਪਾਏ। Under no circumstances will we have find any flaw in him, for it's written. ਕਦੀ ਵੀ ਕਿਸੇ ਵੀ ਹਾਲਾਤਾਂ ਦੇ ਦੌਰਾਨ ਅਸੀਂ ਜਿਹੜਾ ਕੁਛ ਉਹਨੇ ਕੀਤਾ ਆ ਉਹਦੇ ਵਿੱਚ ਕੁਛ ਵੀ ਮਤਲਬ ਉਣਤਾਈ ਨਹੀਂ ਲੱਭ ਸਕਦੇ। ਕਿਉਂ? ਕਿਉਂਕਿ ਉਹਨੇ ਲਿਖਿਆ, ਹੁਣੇ ਤੁਹਾਡੇ ਲਈ ਪੜ੍ਹਨਗੇ ਯਸਾਇਆ 40 ਦੀ 12ਵੀਂ ਤੋਂ ਲੈ ਕੇ 18ਵੀਂ ਆਇਤ ਉਰਦੂ ਵਿੱਚ। ਜਿੰਨੀ ਦੇਰ ਉਹ ਦੇਖ ਰਹੇ ਨੇ ਉਹਨਾਂ ਚਿਰ ਮੈਂ ਤੁਹਾਡੇ ਨਾਲ ਇੱਕ ਐਸੇ ਮੁਤਲਕ ਇੱਕ ਜਿਹੜਾ ਮੇਰੀ ਲਿਖੀ ਹੋਈ ਨਜ਼ਮ ਹੈ ਉਹਦੇ 2 ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਬੁੱਲਾਂ ਉੱਤੇ ਰਾਖਾ ਯਸੂ ਹਰ ਵੇਲੇ ਬਿਠਾ ਦੇ, ਮੇਰੀ ਆਪਣੀ ਨਜ਼ਮ ਦੇ ਕੁਛ ਅੰਤਰਿਆ। ਬੁੱਲਾਂ ਉੱਤੇ ਰਾਖਾ ਯਸੂ ਹਰ ਵੇਲੇ ਬਿਠਾ ਦੇ, ਆਪਣੇ ਨਕਸ਼ੇ ਕਦਮ ਦੇ ਉੱਤੇ ਤੁਰਨਾ ਤੂੰ ਸਿਖਾ ਦੇ, ਆਪਣੇ ਨਕਸ਼ੇ ਕਦਮ ਦੇ ਉੱਤੇ ਤੁਰਨਾ ਤੂੰ ਸਿਖਾ ਦੇ। ਇੱਕ ਇੱਕ ਗੱਲ ਮੈਂ ਪੁੱਛਾਂ ਤੇਥੋਂ, ਚਾਹਾਂ ਤੇਰੇ ਵਿੱਚ ਰਹਿਣਾ, ਇੱਕ ਇੱਕ ਸਾਹ ਮੈਂ ਤੇ ਮੰਗਦੀ ਤੇਰੀ ਮਰਜ਼ੀ ਦੇ ਵਿੱਚ ਲੈਣਾ, ਇੱਕ ਇੱਕ ਸਾਹ ਮੈਂ ਤੇ ਮੰਗਦੀ ਤੇਰੀ ਮਰਜ਼ੀ ਦੇ ਵਿੱਚ ਲੈਣਾ। ਝੋਲ ਕਲਾਮ ਨਾ ਭਰ ਕੇ ਮੇਰੀ ਆਪਣੇ ਬਾਲ ਬਣਾ ਲੈ, ਮੇਰੇ ਲਈ ਤੂੰ ਦੁੱਖ ਉਠਾਏ ਇਸ ਦੁਨੀਆ ਤੇ ਆ ਕੇ। ਜੀ 40 ਚੈप्टर ਦੀ 12ਵੀਂ ਤੋਂ ਲੈ ਕੇ 18ਵੀਂ ਆਇਤ। किसने समंदर को चुल्लू से नापा और आसमान की पैमाइश बालशित से की, और जमीन की गर्द को पैमाना में भरा, और पहाड़ों को पलरों में वजन किया, और टीलों को तराजू में तोला। किसने खुदाउन की रूह की हदायत की, या उसका मशीर होकर उसे सिखाया। उसने किससे मशवरत ली जो इस तालीम दे, और इसे अदालत की राह समझाए, और इसे मार्फत की बात बताए, और इसे हिकमत से आगाह करे। देखो, कौमें डोल की एक बूंद की मानिद हैं, और तराजू की बारीक गर्द की मानिद गिनी जाती हैं। देख, वो जजीरों को एक जर्रा की मानिद उठा लेता है। लुबान ईंधन के लिए काफ़ी नहीं, और इसके जानवर सोख्तनी कुर्बानी के लिए बस नहीं। सब कौमें इसकी नज़र में हीज हैं, बल्कि वो उसके नज़दीक बतालत और नाचीज़ से भी कमतर गिनी जाती हैं। बस तुम खुदावन को किस से तशबीह दोगे, और कौन सी चीज़ इससे मुशाबा ठहराओगे। आमीन। Amen. These verses give only not a vague idea of who God really is, but our mind will never be able to grasp the entirety of His majesty, power and glory, because our understanding is extremely limited. That's why we sincerely believe that when God created the heaven and the earth, they were as perfect as He is. ਅਸੀਂ ਜਿਹੜੇ ਵੀ ਹੁਣ ਤੁਹਾਡੇ ਵਾਸਤੇ ਕਲਾਮ ਯਸਾਇਆ 40 ਦੀ 12ਵੀਂ ਤੋਂ ਲੈ ਕੇ 18ਵੀਂ ਆਇਤ ਪੜ੍ਹੀ ਗਈ, ਇਹਦੇ ਵਿੱਚ ਅਸੀਂ ਇਹ ਦੇਖਿਆ ਆ ਕਿ ਇਹ ਲਫ਼ਜ਼ ਜਿਹੜੇ ਇਹ ਸਾਬਤ ਕਰਦੇ ਆ ਕਿ ਖੁਦਾ ਜਿਹੜਾ ਕੁਛ ਹੈਗਾ ਉਹ ਹੈ ਜੋ ਹੈ ਸੋ ਹੈ, ਕਿਉਂਕਿ ਅਸੀਂ ਉਹਦੀ ਤਾਕਤ, ਉਹਦੀ ਮਹਾਨਤਾ, ਉਹਦਾ ਰਾਜ ਜਿਹੜਾ ਆ ਅਸੀਂ ਉਹਨੂੰ ਸਮਝਣ ਦੇ ਕਾਬਿਲ ਹੀ ਨਹੀਂ ਹੈਗੇ, ਕਿਉਂਕਿ ਉਹ ਜਿਹੜਾ ਇੰਨਾ ਮਹਾਨ ਆ ਤੇ ਸਾਡੇ ਜਿਹੜੇ ਦਿਮਾਗ ਆ ਉਹ ਬਹੁਤ ਜ਼ਿਆਦਾ ਲਿਮਿਟਡ ਆ, ਉਹ ਬਹੁਤ ਮਤਲਬ ਸਥਿਰ ਆ। ਐਸੇ ਕਰਕੇ ਅਸੀਂ ਯਕੀਨ ਕਰਦੇ ਹਾਂ ਕਿ ਜਦੋਂ ਉਹਨੇ ਬਣਾਈ ਧਰਤੀ ਅਤੇ ਜਦੋਂ ਉਹਨੇ ਅਸਮਾਨ ਸਵਰਗ ਬਣਾਇਆ, ਉਹ ਬਿਲਕੁਲ ਉਸੇ ਤਰ੍ਹਾਂ ਪਰਫੈਕਟ ਸੀ ਜਿਸ ਤਰ੍ਹਾਂ ਦਾ ਉਹ ਆਪ ਹੈ। ਤੇ ਅਸੀਂ ਇਹ the event described the second verses of Genesis must have happened million of years after the creation of the heaven and earth. In the interim, the fall of Lucifer occurred, which Ezekiel describe with his priority. ਅਸੀਂ ਦੇਖਦੇ ਹਾਂ ਕਿ ਧਰਤੀ ਤੇ ਅਸਮਾਨ ਬਿਲਕੁਲ ਉਹ ਜਿਸ ਤਰ੍ਹਾਂ ਸਾਨੂੰ ਕਿਹਾ ਗਿਆ ਉਸੇ ਤਰ੍ਹਾਂ
ਉਹ ਮਤਲਬ ਪਰਫੈਕਟ ਸੀ ਤੇ ਪਰਫੈਕਟ ਹੀ ਸੀਗੇ, ਰਹਿਣਾ ਸੀ। ਜਦੋਂ ਸ਼ੈਤਾਨ ਲੂਸੀਫਰ ਨੂੰ ਉਹਦੇ ਤੋਂ ਸੁੱਟਿਆ ਗਿਆ, ਉਸ ਵੇਲੇ ਉਹਦੀ ਜਿਹੜੀ ਸਾਨੂੰ ਵਜੂਦ ਬੇਵਜੂਦ ਤੇ ਸਾਨੂੰ ਨਜ਼ਰ ਆਉਂਦੀ ਹੈ, ਜਿਹੜੀ ਉੱਤੇ ਡਿਸਟਰਬੈਂਸ, ਉਹ ਉਸ ਵੇਲੇ ਜਿਹੜੀ ਆ ਉਹ ਹੋਈ ਆ। ਇਹ ਹੁਣ ਇਹ ਪੜ੍ਹਨਗੇ ਹਿਜ਼ਕੀਏਲ 28 ਦੀ 11ਵੀਂ ਤੋਂ ਲੈ ਕੇ 19ਵੀਂ ਆਇਤ, ਜਿਹਦੇ ਵਿੱਚ ਅਸੀਂ ਉਹਦੀ ਡਿਸਟਰਪਸ਼ਨ ਦੇਖਦੇ ਹਾਂ ਕਿ ਉਹ ਕੀ ਸੀ ਤੇ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਜਿਹੜੀ ਆ ਉਹ ਹੁਣ ਇਸ ਵੇਲੇ ਨਜ਼ਰ ਆਉਂਦੀ ਆ। ਜੀ ਮੈਂ ਤੁਹਾਡੇ ਨਾਲ ਸ਼ੁਰੂ ਕਰ ਰਹੀ ਸੀਗੀ ਕਿ ਇੱਕ ਦਿਨ ਜਾਣਾ, ਇਸ ਦੁਨੀਆ ਤੋਂ ਵਾਪਸ ਫਿਰ ਨਹੀਂ ਆਉਣਾ, ਮੌਕਾ ਜਦੋਂ ਇਹ ਲੰਘ ਜਾਵੇਗਾ ਫਿਰ ਪਊ ਪਛਤਾਉਣਾ। ਇੱਕ ਦਿਨ ਜਾਣਾ, ਇਸ ਦੁਨੀਆ ਤੋਂ ਵਾਪਸ ਫਿਰ ਨਹੀਂ ਆਉਣਾ, ਮੌਕਾ ਜਦੋਂ ਇਹ ਲੰਘ ਜਾਵੇਗਾ ਫਿਰ ਪਊ ਪਛਤਾਉਣਾ। ਹਰ ਇੱਕ ਗੱਲ ਮੈਂ ਪੁੱਛਾਂ ਤੇ ਇੱਥੋਂ, ਚਾਹਾਂ ਤੇਰੇ ਵਿੱਚ ਰਹਿਣਾ, ਇੱਕ ਇੱਕ ਸਾਹ ਮੈਂ ਤੇ ਮੰਗਾਂ ਤੇਰੀ ਮਰਜ਼ੀ ਵਿੱਚ ਲੈਣਾ। ਆਪਣੇ ਨਕਸ਼ੇ ਕਦਮ ਦੇ ਉੱਤੇ ਤੁਰਨਾ ਤੂੰ ਸਿਖਾ ਦੇ, ਬੁੱਲਾਂ ਉੱਤੇ ਰਾਖਾ ਯਿਸੂ ਹਰ ਵੇਲੇ ਬਿਠਾ ਦੇ। ਹਿਜ਼ਕੀਏਲ 28 11 ਤੋਂ ਲੈ ਕੇ 19 ਆਇਤ। और खुदा का कलाम मुझ पर नाजिल हुआ कि ए आदमजाद, सूर के बादशाह पर ये नो कर और इससे कह के खुदावन खुदा यूं फरमाता है कि तू खातमुल कमाल दानिश से मामूर और हुस्न में कामिल है। तू अदन में बाग खुदा में रहा करता था। हर एक कीमती पत्थर तेरी पोशिश के लिए था, मसलन कुव्वत सुर्ख और पुखराज और अलमास और फिरोज़ा और संगे सुलेमानी और ज़बरजद और नीलम और ज़मुर्द और गोरेशब चिराग और सोने से तुझ में ख़त्म साजी और निगे नाबंदी की सनद तेरी पैदाइश ही के रोज़ से जारी रही। आमीन। ਅਸੀਂ ਦੇਖਿਆ ਕਿ ਕਿਸ ਤਰੀਕੇ ਦਾ ਸੀ ਲੂਸੀਫਰ ਕੌਣ ਸੀ, ਤੇ ਜਦੋਂ ਉਹ ਜਦੋਂ ਸੁੱਟਿਆ ਗਿਆ, ਅਸੀਂ ਉਹਦੀ ਪਰਫੈਕਸ਼ਨ ਦੇਖੀ, ਉਹਦੀ ਬਿਊਟੀ ਦੇਖੀ, ਉਹਦੀ ਸਿਆਣਪ ਦੇਖੀ, ਪਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਕਿੱਥੋਂ ਉਹ ਕਿੱਥੇ ਸੁੱਟਿਆ ਗਿਆ। ਅਸੀਂ ਇਹ ਦੇਖਿਆ the fall of Lucifer, which means full of light, took place between the first and second verse of Genesis. Exactly ਅਸੀਂ ਇਹ ਕਿਹਾ ਕਿ ਉਹਦਾ ਡਿੱਗਣਾ ਹੀ, ਕਿ ਜਿਹਦਾ ਮਤਲਬ ਹੈ ਕਿ ਫੁੱਲ ਆਫ ਲਾਈਟ, ਰੋਸ਼ਨੀ ਦੀ ਭਰਪੂਰੀਅਤ। ਅਸੀਂ ਦੇਖਿਆ ਕਿ ਇਹਨੂੰ ਅਸੀਂ ਪੈਦਾਇਸ਼ ਦੇ ਪਹਿਲੇ ਤੇ ਦੂਜੇ ਅਸੀਂ ਇਹਦੀ ਜਿਹੜੀ ਆਇਤ ਉਹਦੇ ਵਿੱਚ ਦੇਖਿਆ ਆ। ਐਂਡ ਫਿਰ ਅਸੀਂ ਇਹ ਵੀ ਦੇਖਿਆ ਕਿ ਪ੍ਰੋਫੈਟ ਹਿਜ਼ਕੀਏਲ ਨੇ ਕਿਸ ਤਰੀਕੇ ਨਾਲ ਇਹਨੂੰ ਬਿਆਨਿਆ ਆ। ਚੈਪਟਰ 28 ਦੀ ਜਿਹੜੀ ਅਸੀਂ ਦੇਖਿਆ 11 ਤੋਂ ਲੈ ਕੇ 19ਵੀਂ ਆਇਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨੂੰ ਕਿਉਂ ਮਤਲਬ ਥੱਲੇ ਸੁੱਟਿਆ ਗਿਆ, ਜਿਸ ਤਰ੍ਹਾਂ ਕਿ ਉਹ ਦੱਸਦਾ ਹੈ। ਕਿਉਂਕਿ ਅਸੀਂ ਕੇਓਸ, ਜਿਹਦੀ ਮੈਂ ਸ਼ੁਰੂ ਤੋਂ ਹੀ ਗੱਲ ਕੀਤੀ ਹੈ ਕਿ ਬਿਗਿਨਿੰਗ ਦੇ ਵਿੱਚ ਹੀ ਜਿਹੜਾ ਨਾ ਦ ਬਿਗਿਨਿੰਗ ਆਫ ਦ ਕੇਓਸ, ਅਸੀਂ ਇਹ ਦੇਖਣਾ ਕਿ ਅਸੀਂ ਦੇਖ ਰਹੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਦੇ ਨਕਸ਼ੇ ਕਦਮ ਤੇ ਚੱਲਦੇ ਜਿਹੜਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ, ਉਹਦੇ ਵਿੱਚ ਦੇਖਿਆ ਕਿ ਸ਼ੁਰੂਆਤ ਦੇ ਵਿੱਚ ਹੀ ਜਿਹੜੀ ਹਫੜਾ ਦਫੜੀ, ਕਿ ਉਸ ਦਾ ਮਤਲਬ ਹੈਗਾ ਹਫੜਾ ਦਫੜੀ, ਘਬਰਾਹਟ, ਕੋਈ ਕਿਹੜੇ ਪਾਸੇ ਦੌੜ ਰਿਹਾ, ਕੋਈ ਕਿਹੜੇ ਪਾਸੇ ਦੌੜ ਰਿਹਾ, ਉਹ ਕਿਸੇ ਨੂੰ ਕਿਸੇ ਦੀ ਸਮਝ ਨਹੀਂ ਪੈ ਰਹੀ, ਜਿਹੜਾ ਕਿ ਇੱਕ ਤਰ੍ਹਾਂ ਨਾਲ ਹੁਣ ਵੀ ਇਸ ਦੁਨੀਆ ਦੇ ਉੱਤੇ ਕਿਓਸ ਹੀ ਚੱਲ ਰਿਹਾ ਪਿਆ ਐਟ ਦ ਮੋਮੈਂਟ। ਕਿਉਂਕਿ ਜੇ ਬੰਦ ਹੋਈਆਂ ਪਈਆਂ ਆ ਜਿਹੜੀਆਂ ਇਸ ਵੇਲੇ ਸਾਰਾ ਸਿਸਟਮ ਲੋਕਡਾਊਨ ਹੋਇਆ ਪਿਆ, ਇਹ ਵੀ ਕਿਓਸ ਦੀ ਹੀ ਇੱਕ ਗੱਲ ਆ। ਪਰ ਉਸ ਵੇਲੇ ਜਿਹੜਾ ਕਿਓਸ ਦੀ ਅਸੀਂ ਦੇਖਿਆ ਕਿ ਜਦੋਂ ਡਿੱਗ ਪਿਆ ਧਰਤੀ ਉੱਤੇ, ਉਸ ਵੇਲੇ ਦਾ ਜਿਹੜਾ ਕਿਓਸ ਅਸੀਂ ਉਹਦੀ ਗੱਲ ਕੀਤੀ ਆ। ਐਂਡ ਜਦੋਂ ਉਹਦੇ ਕਿਓਸ, ਉਹਦੀ ਮਤਲਬ ਜਿਹਨੂੰ ਕਹਿੰਦੇ ਆ ਕਿ ਹਫੜਾ ਦਫੜੀ, ਉਹਦੇ ਡਿੱਗਣ ਦੀ ਜੋ ਡਿਸਰਪਸ਼ਨ ਹੋਈ ਆ, ਉਹਦੇ ਕਾਰਨ ਜਿਹੜੀ ਧਰਤੀ ਆ ਉਹ ਕਿਸੇ ਵਜੂਦ ਤੋਂ ਬਿਨਾਂ, ਵੋਇਡ ਤੋਂ ਬਿਨਾਂ, ਫੋਮ ਤੋਂ ਬਿਨਾਂ ਜਿਹੜੀ ਉਹ ਹੋ ਗਈ। ਫਿਰ ਅਸੀਂ ਦੇਖਦੇ ਹਾਂ ਦੂਸਰੇ ਪੈਰੇ ਦੇ ਵਿੱਚ, ਮੋਜ਼ਿਸ ਡਸ ਨੋਟ ਸੇ ਦੈਟ ਦ ਹੈਵਨ ਵਰ ਵਿਦਾਊਟ ਫੋਮ ਐਂਡ ਵੋਇਡ ਬਟ ਓਨਲੀ ਦ ਅਰਥ। ਹੁਣ ਅਸੀਂ ਇਹ ਦੇਖਦੇ ਹਾਂ ਕਿ ਮੋਜ਼ਿਸ ਨੇ ਨਹੀਂ ਕਿਹਾ ਕਿ ਜਿਹੜੇ ਅਸਮਾਨ ਆ, ਜਿਹੜੀ ਫਿਰਦੌਸ ਆ, ਕਿੰਗਡਮ ਆਫ ਗੋਡ ਆ, ਉਹ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਕੋਈ ਸ਼ੇਪ ਨਹੀਂ ਸੀ, ਜਾਂ ਉਹਨਾਂ ਦਾ ਕੋਈ ਵਜੂਦ ਨਹੀਂ ਸੀ, ਬਟ ਓਨਲੀ ਦ ਅਰਥ। ਸਿਰਫ ਧਰਤੀ ਦੀ ਗੱਲ ਹੋਈ ਆ, ਜ਼ਮੀਨ ਦੀ ਗੱਲ ਹੋਈ ਆ।
that is because the evil cherub and all his follower had been expelled from the heaven. ਕਿਉਂ? ਜੋ ਸ਼ੈਤਾਨ ਤੇ ਉਹਦੇ ਜਿਹੜੇ ਸਾਰੇ ਫਰਿਸ਼ਤੇ ਜਿਹੜੇ ਉਹਨੂੰ ਫੋਲੋ ਕਰਨ ਵਾਲੇ ਜਿਹੜੇ ਉਹਦੇ ਚੇਲੇ ਚੇਲੀਆਂ ਜੋ ਵੀ, ਕਿਉਂਕਿ ਉਹਨਾਂ ਨੂੰ ਹੈਵਨ ਤੋਂ, ਉਹਨਾਂ ਨੂੰ ਫਿਰਦੌਸ ਤੋਂ, ਉਹਨਾਂ ਨੂੰ ਖੁਦਾ ਦੀ ਜਿਹੜੀ ਬਾਦਸ਼ਾਹੀ ਆ ਉਹਦੇ ਤੋਂ ਉਹਨਾਂ ਨੂੰ ਐਕਸਪੈਲਡ ਕਰ ਦਿੱਤਾ ਗਿਆ ਸੀ, ਉਹਨਾਂ ਨੂੰ ਸੁੱਟ ਦਿੱਤਾ ਗਿਆ ਸੀ। ਦੇ ਬਿਕੇਮ ਦ ਡੈਵਲਸ, ਉਹ ਫਿਰ ਸ਼ੈਤਾਨ ਬਣ ਗਏ। ਵਨ ਹੂ ਸੈਪਰੇਟ, ਇਹਦਾ ਮਤਲਬ ਵੀ ਇਹ ਹੈ ਕਿ ਜਿਹੜਾ ਅਲੱਗ ਕਰ ਦਿੱਤਾ ਗਿਆ ਹੋਵੇ। ਐਂਡ ਹਿਸ ਡੀਮਨਸ, ਜਿਹੜੇ ਉਹਦੇ ਨਾਲ ਉਹਦੇ ਬਾਕੀ ਦੇ ਜਿਹੜੇ ਉਹਦੀ ਫੌਜ। This is why the heaven remains as they were created while the earth was transformed. ਆਈ ਵਜ੍ਹਾ ਆ ਸਾਨੂੰ ਆਂਦੀ ਕਿ ਜਿਹੜੀ ਖੁਦਾ ਦੀ ਬਾਦਸ਼ਾਹੀ ਆ ਉਹ ਤਾਂ ਉਸੇ ਦੀ ਉਸੇ ਤਰ੍ਹਾਂ ਹੀ ਆ, ਜਦੋਂ ਕਿ ਜਿਹੜੀ ਧਰਤੀ ਆ ਉਹ ਜਿਹੜੀ ਆ ਉਹਨੂੰ ਟਰਾਂਸਫਾਰਮ ਹੋਣਾ ਪਿਆ। What happens to earth also happened to the man. ਹੁਣ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜਾ ਕੁਛ ਧਰਤੀ ਨੂੰ ਹੋਇਆ ਉਹ ਕੁਛ ਇਨਸਾਨ ਨੂੰ ਵੀ ਹੋਇਆ, ਹੈ ਨਾ। ਕਿਵੇਂ ਅਸੀਂ ਇਹ ਜੈਨੇਸਿਸ ਪੈਦਾਇਸ਼ ਦੇ ਪਹਿਲੇ ਚੈਪਟਰ ਦੀ 26ਵੀਂ ਤੇ 27ਵੀਂ ਆਇਤ ਦੇਖਣੀ ਆ। The God said, let us make man in our own image. ਇੱਥੇ ਖੁਦਾ ਕਹਿੰਦੇ ਆ ਕਿ ਇਨਸਾਨ ਨੂੰ ਬਣਾਈਏ ਆਪਣੀ ਛਵੀ ਦੇ ਉੱਤੇ, according to our likeness, ਆਪਣੇ ਵਰਗਾ। Let them have dominion over the fish of the sea. ਉਹਨੂੰ ਧਰਤੀ ਦੀ, ਉਹਨੂੰ ਸਮੁੰਦਰ ਦੀ, ਹਰ ਇੱਕ ਜਿਹੜੀ ਮੱਛੀ ਆ, ਹਰ ਕਿਸੇ ਜਿਹੜਾ ਜਾਨਵਰ ਆ ਉਹਦੇ ਉੱਤੇ ਉਹਨੂੰ ਤਾਕਤ ਜਿਹੜੀ ਆ ਉਹ ਦਿੱਤੀ ਜਾਵੇ। ਐਂਡ ਓਵਰ ਦ ਬਰਡਸ ਆਫ ਦ ਏਅਰ, ਹਵਾ ਦੇ ਹਰ ਪਰਿੰਦੇ ਉੱਤੇ ਉਹਦੀ ਜਿਹੜੀ ਆ ਤਾਕਤ ਹੋਵੇ, ਉਹਦਾ ਜ਼ੋਰ ਹੋਵੇ। ਐਂਡ ਓਵਰ ਦ ਕੈਟਲ, ਹਰ ਜਿਹੜਾ ਜਾਨਵਰ ਆ ਉਹਦੇ ਉੱਤੇ ਜਿਹੜੀ ਆ ਨਾ ਉਹਦੀ ਤਾਕਤ ਹੋਵੇ। ਓਵਰ ਆਲ ਦ ਅਰਥ, ਸਾਰੀ ਧਰਤੀ ਉੱਤੇ ਜਿਹੜਾ ਨਾ ਉਹਦੀ ਹੀ ਬਾਦਸ਼ਾਹੀ ਹੋਵੇ, ਉਹੀ ਚੱਲੇ। ਐਂਡ ਓਵਰ ਐਵਰੀ ਕ੍ਰੀਪਿੰਗ ਦ ਕ੍ਰੀਪਸ ਔਨ ਦ ਅਰਥ, ਧਰਤੀ ਉੱਤੇ ਜਿਹੜਾ ਵੀ ਰੇਂਗਣ ਵਾਲਾ, ਜਿਹੜਾ ਵੀ ਛੋਟਾ ਵੀ ਜੋ ਵੀ ਜਾਨਵਰ ਹੈਗਾ ਉਹਦੇ ਉੱਤੇ ਵੀ ਉਹਦਾ ਜਿਹੜਾ ਜ਼ੋਰ ਜ਼ਰਬਾ ਤੇ ਕਬਜ਼ਾ ਹੋਵੇ। ਸੋ ਗੋਡ ਕ੍ਰੀਏਟਡ ਮੈਨ ਇਨ ਹਿਜ਼ ਓਨ ਇਮੇਜ, ਇਨ ਹਿਜ਼ ਇਮੇਜ ਆਫ ਗੋਡ ਹੀ ਕ੍ਰੀਏਟਡ ਹਿਮ, ਮੇਲ ਐਂਡ ਫੀਮੇਲ ਹੀ ਕ੍ਰੀਏਟਡ ਦੈਮ। ਅਸੀਂ ਇਹ ਪਹਿਲੀ ਚੈਪਟਰ ਪੈਦਾਇਸ਼ ਦੀ 26ਵੀਂ ਤੇ 27ਵੀਂ ਆਇਤ ਦੇਖੀ ਆ ਕਿ ਉਹਨੇ ਆਦਮੀ ਨੂੰ ਤੇ ਔਰਤ ਨੂੰ ਆਪਣੀ ਲਾਈਕਲੀਨੈਸ, ਆਪਣੀ ਛਵੀ, ਆਪਣੀ ਸ਼ਕਲ ਤੇ ਆਪਣੇ ਵਾਂਗੂ ਉਹਨੂੰ ਬਣਾਇਆ। And the Lord God formed man of the dust of the ground and breathed into his nostrils the breath of life, and man became a living being. ਅਸੀਂ ਦੂਸਰੇ ਚੈਪਟਰ ਦੀ ਪੈਦਾਇਸ਼ ਦੇ 7ਵੀਂ ਆਇਤ ਨੂੰ ਪੜ੍ਹਿਆ ਕਿ ਉਹਨੇ ਇੱਕ ਮਿੱਟੀ ਤੋਂ ਉਹਨੂੰ ਬਣਾਇਆ ਆਦਮੀ ਨੂੰ, ਤੇ ਉਹਦੇ ਨੋਸਟਰਲ ਦੇ ਵਿੱਚ, ਉਹਦੇ ਨਥਨੇ ਦੇ ਵਿੱਚ ਉਹਨੇ ਸਾਹ ਜਿਹੜਾ ਹੈ ਨਾ ਉਹਨੂੰ ਫੂਕਿਆ, ਤੇ ਉਹ ਜੀ ਜੀਂਦਾ ਰਹਿਣ ਵਾਲੀ ਇੱਕ ਜਾਨ ਬਣ ਗਿਆ। ਅਸੀਂ ਦੇਖਿਆ ਕਿ ਐਜ਼ ਦ ਅਰਥ ਵਾਜ਼ ਕ੍ਰੀਏਟਡ ਪਰਫੈਕਟ, ਸੋ ਵਾਜ਼ ਮੈਨ। ਜਿੱਦਾਂ ਧਰਤੀ ਇੱਕ ਬਿਲਕੁਲ ਪਰਫੈਕਟ, ਬਿਲਕੁਲ ਠੀਕ, ਜਿਹਦੇ ਵਿੱਚ ਕੋਈ ਵੀ ਦੋਸ਼ ਨਹੀਂ ਸੀ, ਜਿਹਦੇ ਵਿੱਚ ਕੋਈ ਵੀ ਗਲਤੀ ਨਹੀਂ ਸੀ, ਬਣਾਈ ਗਈ ਸੀ, ਇਸੇ ਤਰ੍ਹਾਂ ਇਨਸਾਨ ਵੀ ਬਿਨਾਂ ਕਿਸੇ ਊਣਤਾਈ ਦੇ ਬਣਾਇਆ ਗਿਆ ਸੀ। Adam was not missing an eye, or he did not suffer from any illness. He was created in his own image and likeness of Almighty, and was perfect in every way, just as Satan, the Hebrew words for enemy. ਇੱਥੇ ਕਿਹਾ ਗਿਆ ਕਿ ਇਸੇ ਤਰ੍ਹਾਂ ਉਹਨੇ ਜਦੋਂ ਆਦਮ ਨੂੰ ਬਣਾਇਆ, ਉਹ ਇੱਦਾਂ ਨਹੀਂ ਕਿ ਉਹਦੀ ਇੱਕ ਅੱਖ ਨਾ ਹੋਵੇ ਜਾਂ ਇਹਦਾ ਹੱਥ ਨਾ ਹੋਵੇ ਜਾਂ ਉਹਨੂੰ ਫਿਰ ਕੋਈ ਬਿਮਾਰੀ ਹੋਵੇ ਜਾਂ ਫਿਰ ਉਹ ਤੁਰ ਨਾ ਸਕੇ, ਉਹਦੀ ਲੱਤ ਨਾ ਹੋਏ, ਨਹੀਂ, ਉਹਨੇ ਬਿਲਕੁਲ ਠੀਕ ਠਾਕ, ਉਹਨੂੰ ਪੂਰਾ ਪੁਰਜ਼ੋਰ, ਉਹਨੂੰ ਸ਼ਖਸੀਅਤ, ਤਾਕਤ ਦੇ ਨਾਲ ਉਹਨੂੰ ਬਣਾਇਆ। ਜਿਸ ਤਰ੍ਹਾਂ ਕਿ ਸ਼ੈਤਾਨ ਦਾ ਮਤਲਬ ਜਿਹੜਾ ਹੀਬਰੂ ਜ਼ੁਬਾਨ ਦੇ ਵਿੱਚ ਹੈਗਾ ਦੁਸ਼ਮਣ। entered the earth and made it without form and void. ਉਹਨੇ ਧਰਤੀ ਦੇ ਉੱਤੇ ਉਹਦੇ ਵਿੱਚ ਜਦੋਂ ਆਇਆ, ਉਹਨੇ ਉਹਨੂੰ ਬਿਨਾਂ ਮਤਲਬ ਕਿਸੇ ਸ਼ੇਪ ਤੋਂ ਉਗੜੀ ਦੁਗੜੀ ਜਾਂ ਉਹਨੂੰ ਕਿਸੇ ਵੀ ਫਾਰਮ ਤੋਂ ਬਿਨਾਂ ਉਹਨੂੰ ਕਰ ਦਿੱਤਾ। He also entered the life of the Adam and Eve and seduced them in such a way that they stopped listening to God's word and starting listening to his demonic voice. ਇਸੇ ਤਰ੍ਹਾਂ ਬਿਲਕੁਲ ਉਹਨੇ ਜਦੋਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਵੀ, ਆਦਮ ਤੇ ਈਵ ਦੀ ਜ਼ਿੰਦਗੀ ਦੇ ਵਿੱਚ ਵੀ ਆਪਣੀ ਆਵਾਜ਼ ਦੇ ਨਾਲ ਪਹਿਰਾ ਆਪਣਾ ਐਂਟਰੀ ਕੀਤੀ, ਤੇ ਉਹਨੇ ਉਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਵਰਗਲਾ ਲਿਆ ਕਿ ਉਹ ਖੁਦਾ ਜਿਹੜਾ ਕਿ ਉਹਨਾਂ ਦਾ ਕਰਤਾ ਧਰਤਾ ਸਭ ਕੁਝ ਸੀ, ਉਹਦੀ ਆਵਾਜ਼ ਨੂੰ ਸੁਣਨਾ ਛੱਡ ਕੇ ਉਹ ਸ਼ੈਤਾਨ ਦੀ ਆਵਾਜ਼ ਜਿਹੜੀ ਆ ਉਹਨੂੰ ਸੁਣਨਾ ਸ਼ੁਰੂ ਹੋ ਗਿਆ। That is when the great tragedy, chaos, emptiness of humankind began.
ਉਦੋਂ ਦਰਅਸਲ ਜਿਹੜੀ ਸਾਰੀ ਜੋ ਵੀ ਇੱਥੇ ਟ੍ਰੈਜਡੀ ਹੋਈ ਆ, ਵੱਡੀ ਮਹਾ ਮੁਸ਼ਕਲਾਤ ਜਿਹਨੂੰ ਆਪਾਂ ਕਹਿੰਦੇ ਜਾਂ ਮਹਾ ਮਾਰੀ ਵੀ ਕਿਹਾ ਜਾ ਸਕਦਾ, ਜਦੋਂ ਘਬਰਾਹਟ ਫੜੀ ਖਾਲੀਪਣ ਜਿਹੜਾ ਇਨਸਾਨੀਅਤ ਦਾ ਉਦੋਂ ਤੋਂ ਸ਼ੁਰੂ ਹੋ ਗਿਆ। Man's rebellion against God meant submission to Satan। ਇਨਸਾਨ ਦਾ ਜਿਹੜਾ ਖੁਦਾ ਦੇ ਸਾਹਮਣੇ ਜਿਹੜਾ ਆਕੜਨਾ ਤੇ ਉਹਦੇ ਸਾਹਮਣੇ ਰਿਬੈਲੀਅਸ ਝਗੜਨਾ ਹੀ ਦਰਅਸਲ ਸ਼ੈਤਾਨ ਨੂੰ ਜਿਹੜਾ ਉਹ ਸ਼ੈਤਾਨ ਨੂੰ ਸਬਮਿਟ ਕਰਨਾ, ਭਾਵ ਉਹਦੇ ਵੱਲ ਹੋਣਾ ਜਿਹੜਾ ਉਹ ਸ਼ੁਰੂਆਤ ਸੀਗੀ। God is light, order and discipline, evil is sin and darkness and cannot abide with him। ਹੁਣ ਦੇਖੋ ਸ਼ੈਤਾਨ ਰੋਸ਼ਨੀ ਆ ਤੇ ਉਹ ਤਰਤੀਬ ਤੇ ਆਰਡਰ ਤਰਤੀਬ ਦੇ ਨਾਲ ਭਰਿਆ ਹੋਇਆ, ਜਦੋਂ ਕਿ ਸ਼ੈਤਾਨ ਜਿਹੜਾ ਉਹ ਪਾਪ ਤੇ ਹਨੇਰੇ ਦੇ ਨਾਲ ਆ ਤੇ ਜਿਹੜਾ ਚੱਲ ਨਹੀਂ ਸਕਦਾ ਰੋਸ਼ਨੀ ਤੇ ਆਰਡਰ ਦੇ ਨਾਲ। That's why he had no choice but to do to man what he had done to Lucifer, banish him from his presence। ਫਿਰ ਆਈ ਸੀ ਕਿ ਕੁਛ ਹੁਣੇ ਖੁਦਾ ਇਹੀ ਕਰ ਸਕਦਾ ਸੀ ਕਿ ਜਿਸ ਤਰ੍ਹਾਂ ਉਹਨੇ ਲੂਸੀਫਰ ਨੂੰ ਉੱਥੋਂ ਥੱਲੇ ਸੁੱਟ ਦਿੱਤਾ, ਇਸੇ ਤਰ੍ਹਾਂ ਇਨਸਾਨ ਦੀ ਵੀ ਜਿਹੜੀ ਖੁਦਾ ਦੀ ਹਜ਼ੂਰੀ ਦੇ ਵਿੱਚੋਂ ਇਨਸਾਨ ਨੂੰ ਵੀ ਬਾਹਰ ਨਿਕਲਣਾ ਪਿਆ, ਮਤਲਬ ਉਹਦੀ ਹਜ਼ੂਰੀ ਦੇ ਵਿੱਚ ਉਸ ਵੇਲੇ ਨਹੀਂ ਰਿਹਾ। ਨੇਚਰ ਹੈਡ cooperated with the man up to that moment, and for he did not have to sweat to eat the fruits of the earth। ਇਸੇ ਤਰ੍ਹਾਂ ਕੁਦਰਤ ਵੀ ਉਹਦੇ ਨਾਲ ਉਦੋਂ ਤੱਕ ਅੱਛੇ ਤਰੀਕੇ ਨਾਲ ਕੋਆਪਰੇਟ ਕਰਦੀ ਸੀਗੀ, ਨਾ ਉਹਨੂੰ ਆਪਣਾ ਮੁੜਕਾ ਵਹਾਉਣਾ ਪੈਂਦਾ ਸੀ ਤੇ ਨਾ ਹੀ ਉਹਨੂੰ ਮਤਲਬ ਕੁਛ ਕੰਮ ਕਰਨਾ ਪੈਂਦਾ ਸੀ ਆਪਣੇ ਪੇਟ ਨੂੰ ਪਾਲਣ ਲਈ। On the contrary, the earth freely and naturally produced all that man needed, because man and earth were sibling by divine creation। ਕਿਉਂਕਿ ਉਹ ਮਤਲਬ ਕਿੰਨੀ ਸੋਹਣੀ ਗੱਲ ਸੀਗੀ ਕਿ ਧਰਤੀ ਜਿਹੜੀ ਆ ਉਹ ਬਿਨਾਂ ਬਿਲਕੁਲ ਫ੍ਰੀ ਉਹਦੇ ਕਹਿਣ ਦੇ ਉੱਤੇ ਸਾਰਾ ਕੁਝ ਉਹਦੇ ਲਈ ਉਗਾਉਂਦੀ ਸੀਗੀ ਤੇ ਉਹਦੀਆਂ ਜਿਹੜੀਆਂ ਸਾਰੀਆਂ ਜ਼ਰੂਰਤਾਂ ਉਹ ਪੂਰੀਆਂ ਕਰਦੀ ਸੀ, ਕਿਉਂਕਿ ਧਰਤੀ ਤੇ ਜਿਹੜੇ ਖੁਦਾ ਦੀ ਜਿਹੜੀ ਉਹਦੀ ਬਣਾਈ ਹੋਈ ਉਹ ਧਰਤੀ ਤੇ ਇਨਸਾਨ ਇੱਕੋ ਤਰ੍ਹਾਂ ਨਾਲ ਕ੍ਰੀਏਸ਼ਨ ਹੀ ਸਨ। ਜਿਸ ਤਰ੍ਹਾਂ ਉਹਨੇ ਜਿਹਨੇ ਧਰਤੀ ਨੂੰ ਬਣਾਇਆ ਬਣ ਗਈ, ਜਦੋਂ ਉਹਨੇ ਇਨਸਾਨ ਨੂੰ ਬਣਾਇਆ ਬਣ ਗਿਆ, ਤੇ ਉਹ ਦੋਨੋਂ ਸਿਬਲਿੰਗ ਸੀ, ਮਤਲਬ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਇੱਕ ਦੂਸਰੇ ਦੇ ਨਾਲ ਜਾਣਨ ਵਾਲੇ, ਇੱਕ ਦੂਸਰੇ ਦੇ ਨਾਲ ਤੁਰਨ ਵਾਲੇ, ਇੱਕ ਦੂਸਰੇ ਦੇ ਉਸੇ ਤਰ੍ਹਾਂ ਇੱਕੋ ਹੀ ਕ੍ਰੀਏਟਰ ਦੇ ਬਣਾਏ ਹੋਏ ਦੋਨੋਂ ਸੀਗੇ। But when nature rebelled against man, because man had risen up against the created। ਹੁਣ ਧਰਤੀ ਨੇ ਖੁਦ ਨੇਚਰ ਨੇ ਆਦਮੀ ਦੇ ਸਾਹਮਣੇ ਜਿਹੜਾ ਉਹ ਆਕੜਨਾ ਸ਼ੁਰੂ ਕਰ ਦਿੱਤਾ, ਰਿਬੈਲੀਅਸ ਹੋ ਗਈ, ਕਿਉਂਕਿ ਆਦਮੀ ਨੇ ਕ੍ਰੀਏਟਰ ਦੇ ਸਾਹਮਣੇ ਆਪਣੇ ਆਪ ਨੂੰ ਖੜਾ ਉਸ ਤਰੀਕੇ ਦੇ ਨਾਲ ਕਰ ਲਿਆ, ਕਿਉਂਕਿ ਉਹ ਵੀ ਕ੍ਰੀਏਟਰ ਦੇ ਸਾਹਮਣੇ ਉਹਦੇ ਖਿਲਾਫ ਖੜਾ ਹੋ ਗਿਆ। ਐਂਡ ਟੂਡੇ ਵੀ ਸੀ ਹਾਊ ਹਾਰਡ ਮੈਨ ਹੈਜ਼ ਟੂ ਸਟਰਗਲ ਟੂ ਅਰਨ ਹਿਸ ਡੇਲੀ ਬ੍ਰੈਡ ਔਨ ਦ ਅਰਥ often without success, at times devoted by hunger, misery and misfortune। ਅਸੀਂ ਦੇਖਦੇ ਕਿ ਅੱਜ ਕਿੰਨਾ ਔਖਾ ਹੋ ਕੇ ਇਨਸਾਨ ਨੂੰ ਪੂਰਿਆ ਕਰਕੇ ਉਹਨੂੰ ਕੰਮ ਕਰਨਾ ਪੈਂਦਾ ਹੈ, ਤਾਂ ਫਿਰ ਵੀ ਉਹ ਆਪਣੀ ਕੀਤੀ ਹੋਈ ਕਮਾਈ ਵੀ ਜਿਹੜੀ ਆ ਉਹਦੇ ਨਾਲ ਆਪਣਾ ਪੇਟ ਪਾਲਣ ਦੇ ਕਈ ਵਾਰੀ ਤੇ ਆਪਣੇ ਪਰਿਵਾਰ ਨੂੰ ਪਾਲਣ ਦੇ ਕਾਬਿਲ ਨਹੀਂ ਹੁੰਦਾ, ਤੇ ਅਸੀਂ ਦੇਖਦੇ ਹਾਂ ਕਿ ਫਿਰ ਵੀ ਉਹਨੂੰ ਕਾਮਯਾਬੀ ਕਈ ਵਾਰੀ ਨਹੀਂ ਮਿਲਦੀ, ਫਿਰ ਵੀ ਉਹਨੂੰ ਕਈ ਵਾਰੀ ਭੁੱਖ ਹੜਤਾਲ ਕਿ ਮਿਜ਼ਰੀ ਤਕਲੀਫਾਂ ਕਾਫੀ ਕੁਛ ਜਿਹੜਾ ਨਾ ਉਹਨੂੰ ਉਠਾਉਣਾ ਪੈਂਦਾ। Powerless, shrouded in religion, immersed in science, educated and elegant, ਜਦੋਂ ਕਿ ਮਤਲਬ ਉਹਦੇ ਕੋਲ ਤਾਕਤਹੀਣ, ਜਦੋਂ ਕਿ ਉਹ ਧਰਮਾਂ ਵਿੱਚ ਫਸਿਆ ਹੋਇਆ, ਕਦੀ ਸਾਇੰਸ ਦੀ ਮਦਦ ਵੀ ਲੈਂਦਾ ਆ, ਪੜ੍ਹਾਈ ਲਿਖਾਈ ਤੇ ਜਿੰਨਾ ਵੀ ਮਰਜ਼ੀ ਠੀਕ ਸੀ। The world is ruled by satanic principles। ਫਿਰ ਵੀ ਇਹ ਜਿਹੜਾ ਦੁਨੀਆ ਆ ਇਹ ਸ਼ੈਤਾਨੀਅਤ ਦੇ ਜਿਹੜੇ ਕਾਨੂੰਨ, ਉਹਨਾਂ ਦੇ ਜਿਹੜੇ ਤਰਤੀਬਾਂ ਆ ਉਹਨਾਂ ਦੇ ਹੀ ਥੱਲੇ ਉਹਨਾਂ ਦੇ ਹੀ ਰਾਹੀਂ ਰੂਲ ਓਵਰ ਕੀਤਾ ਗਿਆ। Beneath is false appearance is a boiling cauldron of national and international ambition, commercial rivalry and tear veiled by a smile। ਫਿਰ ਅਸੀਂ ਦੇਖਦੇ ਹਾਂ ਕਿ ਕਾਫੀ ਜਿਹੜੇ ਅੱਜ ਕੱਲ੍ਹ ਦੇਖਦੇ ਹਾਂ ਕਿ ਅਸੀਂ ਬਗਾਵਤਾਂ ਅਸੀਂ ਦੇਖਦੇ ਕਿ ਨੈਸ਼ਨਲੀ ਜਾਂ ਇੰਟਰਨੈਸ਼ਨਲੀ ਮਤਲਬ ਬਾਹਰ ਜਿਹੜੀ ਸਾਡੀ ਦੁਨਿਆਵੀ ਪੂਰੀ ਦੁਨੀਆਦਾਰੀ ਦੀਆਂ ਜਾਂ ਸਾਡੀਆਂ ਜਿਹੜੀਆਂ ਜ਼ਰੂਰਤਾਂ ਆ ਉਹ ਵੀ ਮਤਲਬ ਹੰਝੂਆਂ ਦੇ ਨਾਲ ਹੀ, ਹੰਝੂਆਂ ਦੇ ਵਿੱਚ ਹੀ ਉਹਨਾਂ ਨੂੰ ਵੀ ਸਾਨੂੰ ਉਹਨਾਂ ਦੀ ਜਿਹੜੀ ਸਮਾਈਲ ਆ ਹੰਝੂਆਂ ਦੇ ਵਿੱਚੋਂ ਲੱਭਣੀ ਪੈਂਦੀ ਆ।
Satan and his hierarchy of evil, ਸ਼ੈਤਾਨ ਦੀ ਜਿਹੜੀ ਫੌਜ ਆ ਅਤੇ ਜਿਹੜੀ ਮਤਲਬ ਸ਼ੈਤਾਨੀਅਤ, ਅਸੀਂ ਇਹਨੂੰ ਦੈਨੀਅਲ 10ਵੇਂ ਦੀ 13ਵੀਂ ਆਇਤ ਦੇ ਵਿੱਚ ਤੇ ਉਹਦੇ 6ਵੇਂ ਦੀ 12ਵੀਂ ਆਇਤ ਵਿੱਚ ਵੀ ਅਸੀਂ ਇਹਨੂੰ ਦੇਖ ਸਕਦੇ ਹਾਂ। ਅਸੀਂ ਇਹਨੂੰ ਐਫਸੀਆਂ 6ਵੇਂ ਦੀ 12ਵੀਂ ਆਇਤ ਵੀ ਦੇਖਦੇ ਹਾਂ। Evil are the invisible agents and the actual force behind the power and hungry, ਕਿ ਜਿਹੜੇ ਸ਼ੈਤਾਨੀਅਤ ਦੀ ਜਿਹੜੀ ਫੌਜ ਆ ਉਹੀ ਜਿਹੜੀ ਭੁੱਖ ਨੰਗੀ ਜਿਹੜੀ ਜਿਹਨੂੰ ਕਹਿੰਦੇ ਉਹਦੇ ਪਿੱਛੇ ਸ਼ੈਤਾਨ ਨੇ ਆਪਣੀ ਜਿਹੜੀ ਉਹਦੀ ਫੌਜ ਆ ਜਿਹੜੀ ਸੁੱਟ ਦਿੱਤੀ ਗਈ ਸੀ ਉਹੀ ਲਗਾਈ ਹੋਈ ਹੁੰਦੀ ਹੈ ਲੋਕਾਂ ਦੇ ਪਿੱਛੇ। Behind the evil mind of dictators and anyone else who uses his temporal power to do the evil, ਉਹ ਇਹੋ ਜਿਹੇ ਦਿਮਾਗ, ਇਹੋ ਜਿਹੀ ਡਿਕਟੇਟਰਸ਼ਿਪ, ਇਹੋ ਜਿਹੇ ਲੋਕਾਂ ਤੇ ਇਹੋ ਜਿਹੀਆਂ ਚੀਜ਼ਾਂ ਯੂਜ਼ ਕਰਦਾ ਕਿ ਉਹ ਲੋਕਾਂ ਦਾ ਧਿਆਨ ਠੀਕ ਪਾਸੇ ਲੱਗਣ ਦੀ ਬਜਾਏ ਗਲਤ ਪਾਸੇ ਹੀ ਲਾ ਦਿੰਦਾ। endless wars, death and the shedding of innocent blood and violence accompany them wherever they go। ਅਸੀਂ ਦੇਖਦੇ ਹਾਂ ਕਿ ਮਤਲਬ ਬਿਨਾਂ ਵਜ੍ਹਾ ਲੜਾਈਆਂ, ਬਿਨਾਂ ਵਜ੍ਹਾ ਮੌਤਾਂ ਤੇ ਬਿਨਾਂ ਵਜ੍ਹਾ ਅਸੀਂ ਦੇਖਦੇ ਹਾਂ ਕਿ ਮਾਸੂਮ ਖੂਨ ਦਾ ਵਹਾਇਆ ਜਾਣਾ ਤੇ ਬਿਨਾਂ ਵਜ੍ਹਾ ਜਿਹੜੀਆਂ ਲੜਾਈਆਂ ਉਹ ਜਿੱਥੇ ਵੀ ਜਾਣ ਤੇ ਉਹਨਾਂ ਦੇ ਪਿੱਛੇ ਜਾਣੀਆਂ। In the satanic or organizations, Satan presides over the fallen spirit that followed him in his first rebellion. His servants give him allegiance and undisputed authority। ਜਿਹੜੀਆਂ ਉਹਦੀਆਂ ਆਰਗੇਨਾਈਜੇਸ਼ਨ ਆ, ਜਿਹੜੀਆਂ ਮੁਸ਼ਕਿਲਾਤਾਂ ਆ, ਜਿਹੜੀਆਂ ਉਹਦੇ ਨਾਲ ਡਿੱਗੀਆਂ ਹੋਈਆਂ ਬੁਰੀਆਂ ਆਤਮਾਵਾਂ, ਉਹ ਪਹਿਲਾਂ ਹੀ ਰਿਬੈਲੀਅਸ ਸੀਗਾ ਤੇ ਉਸ ਤੋਂ ਪਿੱਛੋਂ ਉਹਨੂੰ ਹੋਰ ਵੀ ਜ਼ਿਆਦਾ ਉਹਨਾਂ ਨੂੰ ਅਥਾਰਟੀ ਦੇ ਦਿੱਤੀ ਆ ਕਿ ਲੋਕਾਂ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਆ ਉਹ ਪੈਦਾ ਕਰੋ ਤੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਝਮੇਲਿਆਂ ਦੇ ਵਿੱਚ ਫਸਾ ਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਬਹੁਤ ਔਖੀ ਕਰੋ। When the spirit decided to follow Satan instead of remaining loyal to their creator, they were irreversibly given over to evil and abandoned in their error। ਜਦੋਂ ਇਹ ਜਿਹੜੀਆਂ ਰੂਹਾਂ ਸੀਗੀਆਂ ਇਹਨਾਂ ਨੇ ਸ਼ੈਤਾਨ ਨੂੰ ਆਪਣਾ ਆਪ ਦੇ ਦਿੱਤਾ ਤੇ ਫਿਰ ਆਪਣੇ ਖੁਦਾ ਨੂੰ ਇਹਨਾਂ ਨੇ ਉਹਦੇ ਨਾਲ ਸਿੰਸੀਅਰ ਰਹਿਣਾ, ਉਹਦੇ ਨਾਲ ਵਫਾਦਾਰ ਰਹਿਣਾ ਛੱਡ ਕੇ ਸ਼ੈਤਾਨ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕੀਤਾ, ਉਹਦੇ ਵੱਲ ਤੁਰਨਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਫਿਰ ਇਹ ਹੱਕ ਇਹਨਾਂ ਨੇ ਆਪਣੇ ਆਪ ਹੀ ਦੇ ਦਿੱਤਾ। ਆਪਣੀ ਜਿਹੜੀ ਹੱਕ ਸੀਗੀ ਉਹਨੂੰ ਮਾਰ ਕੇ ਖਤਮ ਕਰਕੇ ਇਹਨਾਂ ਨੇ ਆਪਣਾ ਰਾਹ ਆਪਣੇ ਆਪ ਹੀ ਉਹਦੇ ਰਾਹ ਨਾਲ ਜੋੜ ਲਿਆ। They are in total agreement with their prince and voluntarily offer him service, fulfilling their various duties in a highly organized kingdom। Matthew 12:25। ਅਸੀਂ ਮੱਤੀ 12ਵੇਂ ਦੀ 25ਵੀਂ ਆਇਤ ਵੀ ਦੇਖ ਸਕਦੇ ਹਾਂ ਕਿ ਇਹ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਆ, ਸ਼ੈਤਾਨ ਦੀ ਜਿਹੜੀ ਬਾਦਸ਼ਾਹੀ ਆ ਉਹ ਇਹੀ ਆ, ਉਹ ਹਰ ਵੇਲੇ ਉਹਦੀ ਕੰਮ ਜਿਹੜਾ ਨਾ ਪੂਰਾ ਕਰਨ ਲਈ ਇਹਦੇ ਨਾਲ ਤੁਰੇ ਰਹਿੰਦੀਆਂ ਆ। ਇਹਦੀਆਂ ਜਿਹੜੀਆਂ ਫੌਜਾਂ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੀਆਂ ਕਿ ਕਿਸੇ ਵੀ ਤਰੀਕੇ ਦੇ ਨਾਲ ਉਹ ਖੁਦਾ ਦੇ ਰਸਤੇ 'ਚ ਤੇ ਚੱਲ ਰਹੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਹੋਰ ਮੁਸ਼ਕਲਾਂ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀਆਂ ਰਹਿਣ। The initial decision forever bound them to Satan's evil program and to their inevitable condemnation, ਕਿ ਤਾਂ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਸ਼ੈਤਾਨ ਦੇ ਜਿਹੜੇ ਸ਼ੁਰੂ ਕੀਤੀ ਹੋਈ ਮੁਹਿੰਮ ਆ ਉਹਦੇ ਵਿੱਚ ਤੁਰਦੇ ਹੋਏ ਤੇ ਉਹ ਹਮੇਸ਼ਾ ਲਈ ਉਹਦੇ ਨਾਲ ਹੀ ਤੁਰਦੇ ਰਹਿਣ ਤੇ ਕਿਸੇ ਵੀ ਤਰੀਕੇ ਦੇ ਨਾਲ ਉਹ ਡਿਸੀਜਨ ਨਾ ਬਣਾ ਸਕਣ ਕਿ ਉਹ ਕਦੀ ਵੀ ਉਹ ਤੋਂ ਬਾਹਰ ਨਿਕਲਣ। Thou Satan's knowledge is both vast and supernatural, it's not holy or saving knowledge। ਭਾਵੇਂ ਉਹਦੀ ਜਿਹੜੀ ਅਕਲ ਆ ਉਹ ਕਾਫੀ ਤੇਜ਼ ਆ ਤੇ ਉਹਦੇ ਕੋਲ ਕਾਫੀ ਤਾਕਤ ਵੀ ਹੈਗੀ ਆ, ਪਰ ਉਹ ਜਿਹੜੀ ਤਾਕਤ ਆ ਉਹ ਇੱਕ ਹੋਲੀ, ਉਹ ਇੱਕ ਰੂਹਾਨੀ ਖੁਦਾ ਪ੍ਰਸਤੀ ਵਾਲੀ ਤਾਕਤ ਤੇ ਉਹਦੀ ਜਿਹੜੀ ਅਕਲ ਨਹੀਂ ਹੈਗੀ। His demon believe and tremble। ਹੁਣ ਅਸੀਂ ਯਾਕੂਬ ਦੂਸਰੇ ਦੀ 19ਵੀਂ ਆਇਤ ਜਦੋਂ ਦੇਖਦੇ ਹਾਂ ਤਾਂ ਉਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਉਹਦੀਆਂ ਬਦਰੂਆਂ ਆ ਉਹ ਵੀ ਕੰਬਦੀਆਂ ਆ, ਕਿਹਦੇ ਕੋਲੋਂ? ਖੁਦਾ ਕੋਲੋਂ। But having been given over to evil, they never seek forgiveness and cleanness। ਪਰ ਜਦੋਂ ਉਹ ਆਪਣਾ ਆਪ ਸ਼ੈਤਾਨ ਦੇ ਹਵਾਲੇ ਮਤਲਬ ਕਰ ਦਿੰਦੀਆਂ ਆ
ਤੇ ਫਿਰ ਉਹ ਕਦੀ ਵੀ ਦੁਬਾਰਾ ਮੁਆਫੀ ਤੇ ਜਿਹੜੀ ਸਫਾਈ ਉਹਨਾਂ ਦੀ ਨਹੀਂ ਹੁੰਦੀ। They have a clear knowledge that Jesus is Lord of spiritual world, but this recognition does not involve either a faith that can save voluntary submission। ਉਹਨਾਂ ਨੂੰ ਵੀ ਪਤਾ ਹੈ ਕਿ ਖੁਦਾਵਾਂ ਦਾ ਖੁਦਾ ਜਿਹੜਾ ਉਹ ਖੁਦਾ ਯਿਸੂ ਮਸੀਹ ਹੈ, ਜਿਹੜਾ ਕਿ ਰੂਹਾਨੀ ਦੁਨੀਆ ਦਾ ਬਾਪ ਹੈ, ਰਾਜਕੁਮਾਰ ਹੈ, ਦਾ ਬਾਦਸ਼ਾਹ ਹੈ, ਪਰ ਉਹ ਇਹ ਜਾਣਨਾ ਕਾਫੀ ਨਹੀਂ ਆ, ਇਹਦੇ ਵਿੱਚ ਆਉਣਾ ਤੇ ਆਪਣੇ ਆਪ ਨੂੰ ਇਹਦੇ ਹਵਾਲੇ ਕਰਨਾ ਹੀ ਸਭ ਕੁਛ ਆ, ਜਿਹਦੀ ਵਜ੍ਹਾ ਨਾਲ ਉਹ ਇਹ ਜਾਣਨ ਦੇ ਬਾਵਜੂਦ ਵੀ ਉਹ ਜਿਹੜੇ ਬਦਰੂ ਆ ਉਹ ਉਸੇ ਤਰੀਕੇ ਦੇ ਨਾਲ ਦੁੱਖਾਂ ਦੇ ਵਿੱਚ ਮੁਸੀਬਤਾਂ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਪਾਇਆ ਤੇ ਦੂਸਰਿਆਂ ਨੂੰ ਵੀ ਪਾਉਣ ਦਾ ਕੰਮ ਕੰਟੀਨਿਊਸ ਕਰਦੀਆਂ ਰਹਿੰਦੀਆਂ। ਦੇ ਰਿਸਪੈਕਟ ਕ੍ਰਾਈਸਟ, ਉਹ ਇੱਜ਼ਤ ਕਰਦੀਆਂ ਆ ਖੁਦਾ ਦੀ। ਆਪਾਂ ਇਹਨੂੰ ਮਰਕਸ ਤੀਸਰੇ ਦੀ 11ਵੀਂ ਆਇਤ 'ਚ ਦੇਖਦੇ ਹਾਂ। ਯੈਟ ਦੈਟ ਰਿਸਪੈਕਟ ਡਸ ਨੋਟ ਡਰਾਈਵ from a holy communion with him, but rather from the reluctant surrender of an inferior will to superior one with hatred and resentment। ਜਦੋਂ ਕਿ ਉਹ ਇੱਜ਼ਤ ਜਿਹੜੀ ਆ ਉਹ ਇਸ ਤਰ੍ਹਾਂ ਨਹੀਂ ਕਰਦੇ ਕਿ ਜਿਸ ਤਰ੍ਹਾਂ ਉਹ ਇੱਕ ਆਪਣੇ ਧਰਮੀ ਬਾਪ ਦੀ ਇੱਜ਼ਤ ਕਰੀ ਆ, ਪਰ ਉਹ ਡਰ ਦੇ ਨਾਲ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਸ ਤੋਂ ਵੱਡਾ ਹੋਰ ਕੋਈ ਨਹੀਂ, ਕਿ ਨਫ਼ਰਤ ਦੇ ਨਾਲ ਤੇ ਰਿਜ਼ੈਂਟਮੈਂਟ ਦੇ ਨਾਲ ਉਹ ਮਤਲਬ ਉਹਦੀ ਜਿਹੜੀ ਕਹਿਣਾ ਹੈ, ਉਹਨਾਂ ਨੂੰ ਪਤਾ ਹੈ ਕਿ ਉਹ ਜੋ ਹੈ ਉਹ ਸੋ ਹੈ। The action of demonically oppressed people teach us that in some cases demon possess them for purpose of sensual gratification and other impure behaviors। ਹੁਣ ਅਸੀਂ ਦੇਖਦੇ ਕਿ ਜਿਹੜੇ ਸ਼ੈਤਾਨੀਅਤ ਦੇ ਨਾਲ ਭਰੇ ਹੋਏ, ਜਾਂ ਕਹਿ ਸਕਦੇ ਸ਼ੈਤਾਨੀਅਤ ਦੇ ਥੱਲੇ ਡੁੱਬੇ ਹੋਏ, ਉਹਦੇ ਥੱਲੇ ਫਸੇ ਹੋਏ ਜਿਹੜੇ ਲੋਕੀ ਆ, ਉਹਨਾਂ ਨੂੰ ਕਈ ਕੇਸਿਸ ਦੇ ਵਿੱਚ ਇਹ ਸਿਖਾਇਆ ਜਾਣਾ ਚਾਹੀਦਾ ਆ ਕਿ ਜੇ ਤੁਸੀਂ ਆਪਣੀਆਂ ਜਿਹੜੀਆਂ ਤੁਹਾਡੀਆਂ ਜ਼ਿੰਦਗੀਆਂ ਆ, ਜੇ ਆਪਣੇ ਤੌਰ ਤਰੀਕੇ ਜਿਹੜੇ ਤੁਹਾਡੇ 'ਚ ਨਹੀਂ ਸਾਫ਼ ਹੋਣਗੇ, ਇੰਪਿਓਰ ਬਿਹੇਵੀਅਰ ਹੋਣਗੇ, ਜਾਂ ਜਿਹੜੇ ਤੁਹਾਡੇ ਜ਼ਿੰਦਗੀ ਦੇ ਖੁਦਾ ਦੇ ਨਾਲ ਤੁਸੀਂ ਨਹੀਂ ਜੁੜੇ ਹੋਵੋਗੇ, ਤੇ ਫਿਰ ਤੁਸੀਂ ਪਲੇਜ਼ਰ the people feel bearing their bodies, ਤਾਂ ਕਿ ਤੁਸੀਂ ਜਿਹੜੀਆਂ ਆਪਣੀਆਂ ਤੁਹਾਡੀਆਂ ਜਿਹੜੇ ਜਿਸਮ ਆ, ਉਹ ਜਦੋਂ ਤੁਸੀਂ ਸ਼ੈਤਾਨ ਦੀਆਂ ਚੀਜ਼ਾਂ ਨੂੰ ਆਪਣੇ ਜਿਸਮ ਦੇ ਵਿੱਚ ਐਂਟਰਟੇਨ ਕਰੋਗੇ ਤੇ ਤੁਹਾਡੇ ਜਿਹੜੇ ਬੋਡੀ ਆ ਉਹ ਸ਼ੈਤਾਨ ਨੂੰ ਹੀ ਖੁਸ਼ ਕਰਨ ਲਈ ਵਰਤਿਆ ਜਾਣ ਲੱਗ ਜਾਵੇਗਾ। ਲੂਕ 8ਵੀਂ ਦੀ 27ਵੀਂ ਆਇਤ ਮੁਤਾਬਿਕ, entertaining evil thoughts and wandering around impure places like graves and burial grounds, ਤਾਂ ਕਿ ਉਹਦੀ ਐਂਟਰਟੇਨਮੈਂਟ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਉਹ ਹੈਗੀ, ਕਬਰਾਂ ਤੇ ਜਿੱਥੇ ਲੋਕਾਂ ਨੂੰ ਦਫਨਾਇਆ ਜਾਂਦਾ, ਤੇ ਜਿੱਥੇ ਹੋਰ ਵੀ ਉਸ ਤੋਂ ਬਹੁਤ ਸਾਰੀਆਂ ਜਿਹੜੀਆਂ ਜਗ੍ਹਾ ਜਿਹੜੀਆਂ ਕਿ ਬਿਲਕੁਲ ਸਾਫ਼ ਸੁਥਰੀਆਂ ਨਹੀਂ ਆ, ਜਿਹੜੀਆਂ ਕਿ ਪਾਕੀਜ਼ ਨਹੀਂ ਹੈਗੀਆਂ, ਪਾਕ ਨਹੀਂ ਆ, ਜਿਹੜੀਆਂ ਕਿ ਉਹ ਮਤਲਬ ਖਰਾਬ ਜਗ੍ਹਾ ਆ, ਜਿਹੜੀਆਂ ਕਿ ਸਾਫ਼ ਸੁਥਰੀਆਂ ਜਗ੍ਹਾ ਨਹੀਂ ਹੈਗੀਆਂ। The various and wild nature of demon become evident when they revealed their desire to be sent into the swine। ਅਸੀਂ ਉਹਦੀ ਜਿਹੜੀ ਆਦਤ ਆ ਉਹਦੀ ਇੱਕ ਝਲਕ ਮਾਰਦੇ ਆ ਮਰਕਸ 5ਵੀਂ ਦੀ 13ਵੀਂ ਆਇਤ ਦੇ ਵਿੱਚ, ਜਦੋਂ ਉਹ ਜਿਹੜੇ 2000 ਬਦਰੂ ਆ ਉਹ ਖੁਦਾਵੰਦ ਯਿਸੂ ਮਸੀਹ ਨੂੰ ਕੀ ਕਹਿੰਦੇ ਸਾਨੂੰ ਸੂਰਾਂ ਦੇ ਵਿੱਚ ਭੇਜ ਦਿਓ। And when they encouraged free love with the purpose of destroying the moral of an ordinary society, ਜਦੋਂ ਕਿ ਅਸੀਂ ਰੋਮੀਆਂ ਪਹਿਲੇ ਦੀ 24ਵੀਂ ਆਇਤ ਦੇ ਵਿੱਚ ਦੇਖਦੇ ਹਾਂ ਕਿ ਫਿਰ ਵੀ ਜਦੋਂ ਕਿ ਉਹਨਾਂ ਨੂੰ ਪਿਆਰ, ਉਹਨਾਂ ਨੂੰ ਖੁਸ਼ੀ, ਉਹਨਾਂ ਨੂੰ ਸੁਸਾਇਟੀ ਦੇ ਵਿੱਚ ਸਾਰਾ ਕੁਛ ਜਿਹੜਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਇਸ ਕਰਕੇ ਉਹ ਕੀ ਕਰਦੇ ਆ, ਉਹ ਦੁਨੀਆਦਾਰੀ ਦੇ ਵਿੱਚ ਜਿਹੜੀਆਂ ਸੁਸਾਇਟੀ ਖੁਸ਼ਹਾਲੀਆਂ ਨੂੰ ਖਰਾਬ ਕਰਨ ਲਈ ਗਲਤ ਜਿਹੜੇ ਨਤਾਇਜ ਆ ਜ਼ਿੰਦਗੀਆਂ ਦੇ ਉਹਨਾਂ ਬਣਾਉਣ ਦੇ ਉੱਤੇ ਆਪਣਾ ਤਾਕਤ ਜਿਹੜੀਆਂ ਉਹ ਲਾਉਂਦੇ ਆ। In addition to their superhuman intelligence and corrupt moral, they have astonishing power. They have power over the human body to cause। ਹੁਣ ਅਸੀਂ ਇੱਥੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੀਆਂ ਇਹ ਜਿਹੜੀਆਂ ਮਤਲਬ ਬੁਰਾਈਆਂ ਜਾਂ ਬਿਮਾਰੀਆਂ ਜਾਂ ਫਿਰ ਕਿਸ ਤਰ੍ਹਾਂ ਦੀਆਂ ਗੰਦਗੀਆਂ ਜਿਹੜੀਆਂ ਨਾ ਇਹ ਫੈਲਾ ਸਕਦੀਆਂ ਨੇ। ਡਮਨੈਸ ਅਸੀਂ ਮੱਤੀ 9 ਦੀ 32ਵੀਂ ਤੇ 33ਵੀਂ ਆਇਤ 'ਚ ਦੇਖਦੇ ਹਾਂ ਕਿ ਇਹ ਗੁੰਗਾ ਜਿਹੜਾ ਉਹ ਵੀ ਇੱਕ ਬਦਰੂ, ਜਿਹੜੀ ਡਮਨੈਸ ਹੈ ਉਹ ਵੀ ਇੱਕ ਬਦਰੂ ਕ੍ਰੀਏਟ ਕਰਦੀ ਹੈ। ਬਦਰੂ ਦਾ ਇਹ ਹੈਗੀ ਜਿਹੜੀ ਕਿ ਕਿਸ ਨੂੰ ਬੋਲਾ ਕਰਦੀ ਹੈ। ਬਲਾਈਂਡਨੈਸ ਜਿਹੜੀ ਕਿ ਅੰਨਾ
ਅੰਨਿਆਂ ਵੀ ਕਰਨ ਲਈ ਕਿ ਬਦਰੂ ਆ, ਜਿਹੜੀ ਕਿ ਮੈਥਿਊ ਅਸੀਂ 12 ਦੀ 22ਵੀਂ 'ਚ ਦੇਖ ਸਕਦੇ ਹਾਂ। ਮੈਡਨੈਸ, ਜਿਹੜੀ ਕਿ ਕਿਸੇ ਨੂੰ ਪਾਗਲ ਕਰਨ ਦੇ ਲਈ ਵੀ ਉਹਦੇ ਪਿੱਛੇ ਵੀ ਇੱਕ ਬਦਰੂ ਆ, ਜਿਹਨੂੰ ਕਿ ਅਸੀਂ ਲੂਕ 8ਵੇਂ ਦੀ 26ਵੀਂ ਤੋਂ ਲੈ ਕੇ 36ਵੀਂ ਆਇਤ ਤੱਕ ਦੇਖ ਸਕਦੇ ਹਾਂ। ਸੁਇਸਾਈਡਲ ਥੋਟਸ ਅਸੀਂ ਫਿਰ ਮਰਕਸ 9 ਦੀ 22ਵੀਂ ਆਇਤ 'ਚ ਦੇਖਦੇ ਹਾਂ ਕਿ ਇਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸੇ ਦਾ ਜਿਉਣ ਨੂੰ ਨਾ ਦਿਲ ਕਰਨਾ, ਇਹ ਵੀ ਕਿਸੇ ਨੂੰ ਜਿਹੜਾ ਮਰਨ ਦੀਆਂ ਭਾਵਨਾਵਾਂ ਦੇਣੀਆਂ। ਅਸੀਂ ਇਸ ਬਦਰੂ ਜਿਹੜੀ ਆ ਇਹਦੀ ਜਿਹੜੀ ਅਸੀਂ ਪਹਿਚਾਣ, ਇਹ ਸਾਨੂੰ ਜਦੋਂ ਅਸੀਂ ਮਰਕਸ 9 ਦੀ 22ਵੀਂ ਆਇਤ ਪੜ੍ਹੀ ਤਾਂ ਸਾਨੂੰ ਇਹਦੇ ਵਿੱਚ ਮਿਲਦਾ, ਇਹਦੇ ਉੱਤੇ ਕਬਜ਼ਾ ਪਾਉਣਾ ਅਸੀਂ ਕਿਸ ਤਰ੍ਹਾਂ ਪਾ ਸਕਦੇ ਹਾਂ। ਫਿਜ਼ੀਕਲ ਇਲਨੈਸ, ਮਰਕਸ 9 ਦੀ 18ਵੀਂ ਆਇਤ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਜਿਹੜੀਆਂ ਸਾਨੂੰ ਸਰੀਰਕ ਤਕਲੀਫਾਂ ਵੀ ਮਿਲਦੀਆਂ ਜਾਂ ਸਾਨੂੰ ਦੇ ਦਿੱਤੀਆਂ ਜਾਂਦੀਆਂ, ਉਹਦੇ ਉੱਤੇ ਵੀ ਅਸੀਂ ਮਰਕਸ 9 ਦੀ 18ਵੀਂ ਆਇਤ ਨੂੰ ਪੜ੍ਹ ਕੇ ਅਸੀਂ ਇਹਦੇ ਬਾਰੇ ਸਿੱਖ ਵੀ ਸਕਦੇ ਹਾਂ, ਇਹਦੇ ਉੱਤੇ ਕਬਜ਼ਾ ਵੀ ਅਸੀਂ ਪਾ ਸਕਦੇ ਹਾਂ। ਟੂ ਆਲ ਸੋਰਟ ਆਫ ਫਿਜ਼ੀਕਲ ਡਿਸੇਬਿਲਿਟੀਜ਼, ਹਰ ਤਰ੍ਹਾਂ ਦੀਆਂ ਜਿਹੜੀਆਂ ਸਰੀਰਕ ਜਿਹੜੀਆਂ ਨਾ ਮਤਲਬ ਤੁਹਾਨੂੰ ਸਰੀਰਕ ਡਿਸੇਬਿਲਿਟੀਜ਼ ਕ੍ਰੀਏਟ ਕਰਨੀਆਂ ਕਿ ਤੁਹਾਡੇ ਸਰੀਰ ਦੇ ਅੰਗ ਠੀਕ ਤਰੀਕੇ ਦੇ ਨਾਲ ਕੰਮ ਨਾ ਕਰ ਸਕਣ, ਏਬਲ ਨਾ ਹੋਣ। ਅਸੀਂ ਇਹਨੂੰ ਲੂਕ 13ਵੇਂ ਦੀ 11ਵੀਂ ਤੋਂ ਲੈ ਕੇ 17ਵੀਂ ਆਇਤ ਦੇ ਵਿੱਚ ਅਸੀਂ ਪੜ੍ਹ ਸਕਦੇ ਹਾਂ ਕਿ ਜਿਹੜੀਆਂ ਬੁਰੀਆਂ ਆਤਮਾਵਾਂ ਉਹ ਕਿਸ ਤਰੀਕੇ ਦੇ ਨਾਲ ਸਾਡੇ ਜਿਸਮ ਦੇ ਅੰਗਾਂ ਨੂੰ ਜਿਹੜੀਆਂ ਨਾ ਉਹ ਡਿਸੇਬਲ ਕਰਦੀਆਂ, ਕਿ ਏਬਲ ਤੋਂ ਡਿਸੇਬਲ ਤੱਕ ਕਰ ਦਿੰਦੀਆਂ। There is no reason to believe that the devil and his angels have ceased their work since the apostles' days. ਆਪ ਕਦੇ ਵੀ ਤੁਹਾਨੂੰ ਯਕੀਨ ਕਰਨ ਦੀ ਜ਼ਰੂਰਤ ਨਹੀਂ ਆ ਕਿ ਸ਼ੈਤਾਨ ਤੇ ਜਿਹੜੇ ਉਹਦੇ ਦੇਵੀਆਂ ਦੇਵਤੇ ਜੋ ਵੀ ਉਹਦੇ ਨਾਲ ਹੈਗੇ ਸੀ ਫੌਜਾਂ, ਉਹਨਾਂ ਨੇ ਹੁਣ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ ਆ। ਉਦੋਂ ਤੋਂ ਜਦੋਂ ਤੋਂ ਅਸੀਂ ਆ ਜਿਹੜੀਆਂ ਪੜ੍ਹੀਆਂ ਆ, ਮੈਂ ਹੁਣ ਪੜ੍ਹਦੀ ਆਈ ਹਾਂ ਤੁਹਾਡੇ ਨਾਲ ਲੂਕਸ ਦੇ ਬਾਰੇ 'ਚ ਤੇ ਮੱਤੀ ਦੇ ਬਾਰੇ ਦੇ ਵਿੱਚ, ਮਰਕਸ ਦੇ ਬਾਰੇ 'ਚ, ਉਹ ਹੁਣ ਵੀ ਆਪਣਾ ਕੰਮ ਕਰ ਰਿਹਾ। The apostle John wrote that the whole world lie under the sway of the wicked one. ਪਹਿਲੇ ਯਹੂਨਾ ਦੀ 5ਵੇਂ ਚੈਪਟਰ ਦੀ 19ਵੀਂ ਆਇਤ ਦੇ ਵਿੱਚ ਉਹਨੇ ਕਿਹਾ ਆ ਕਿ ਸਾਰੀ ਦੁਨੀਆ ਜਿਹੜੀ ਆ ਉਹ ਵੀ ਉਹਦੀਆਂ ਜਿਹੜੀਆਂ ਜੋ ਵੀ ਉਹਨੇ ਖਰਾਬੀਆਂ ਕੀਤੀਆਂ ਆ ਉਹਨਾਂ ਦੀ ਸ਼ਿਕਾਰ ਹੈਗੀ ਆ ਤੇ ਰਹੀ ਆ। ਤੁਸੀਂ ਪੜ੍ਹ ਵੀ ਸਕਦੇ ਹੋ ਪਹਿਲੇ ਜੌਨ ਦੇ 5ਵੇਂ ਚੈਪਟਰ ਦੀ, ਪਹਿਲੇ ਯਹੂਨਾ ਦੇ 5ਵੇਂ ਚੈਪਟਰ ਦੀ 19ਵੀਂ ਆਇਤ ਨੂੰ। The original text conveys the idea that the whole world is asleep under the sleep of the evil one. ਹੁਣ ਅਸੀਂ ਦੇਖਦੇ ਕਿ ਜਿਹੜੀ ਇਹਦੀ ਸਭ ਤੋਂ ਪਹਿਲੀ ਟੈਕਸਟ, ਮਤਲਬ ਜਿਹਨੂੰ ਓਰੀਜਨਲ ਤਰੀਕੇ ਨਾਲ ਜਦੋਂ ਇਹਨੂੰ ਲਿਖਿਆ ਗਿਆ ਹੋਏਗਾ ਇਬਰਾਨੀ ਜ਼ੁਬਾਨ ਦੇ ਵਿੱਚ, ਉਹਦਾ ਮਤਲਬ ਹੈਗਾ ਕਿ the whole world is asleep under the sleep of the evil one. ਸਾਰੀ ਦੁਨੀਆ ਜਿਹੜੇ ਉਹ ਸ਼ੈਤਾਨੀਅਤ ਦੀ ਜਿਹੜੀ ਨੀਂਦ ਆ, ਉਹਦੀ ਨੀਂਦ ਦੇ ਵਿੱਚ ਹੀ ਇੱਕ ਤਰੀਕੇ ਦੇ ਨਾਲ ਉਸ ਨੀਂਦ ਦੇ ਵਿੱਚ ਹੀ ਸੁੱਤੀ ਪਈ ਆ। According to our Lord Jesus Christ, Satan is like a father to those who belong to him. ਖੁਦਾਵੰਦ ਯਿਸੂ ਮਸੀਹ ਦੇ ਸਮਝੌਤੇ ਮੁਤਾਬਿਕ ਜਿੱਦਾਂ ਸਾਨੂੰ ਦੱਸਦਾ ਕਿ ਸ਼ੈਤਾਨ ਉਹਨਾਂ ਲੋਕਾਂ ਦਾ ਤਾਂ ਪਿਓ ਆ ਜਿਹੜੇ ਉਹਦੇ ਹਨ, ਜਿਹੜੇ ਉਹਦੇ ਆ ਉਹਨਾਂ ਦਾ ਉਹ ਪਿਓ। However, he is a merciless father. ਕਿਵੇਂ ਫਿਰ ਵੀ ਉਹ ਇੱਕ ਮੁਆਫੀ ਦੇਣ ਵਾਲਾ ਜਾਂ ਉਹ ਇੱਕ ਬਖਸ਼ਣ ਵਾਲਾ ਪਿਤਾ ਨਹੀਂ ਆ। ਜੌਨ 8ਵੇਂ ਦੀ 44 ਆਇਤ 'ਚ ਅਸੀਂ ਦੇਖ ਸਕਦੇ, ਗੋਸਪਲ ਆਫ ਜੌਨ ਦੀ 8ਵੇਂ ਚੈਪਟਰ ਦੀ ਅਸੀਂ 44ਵੀਂ ਆਇਤ 'ਚ ਦੇਖ ਸਕਦੇ ਹਾਂ ਕਿ ਉਹ ਕੋਈ ਮਾਫ ਕਰਨ ਵਾਲਾ ਜਾਂ ਪਿਆਰ ਕਰਨ ਵਾਲਾ ਪਿਓ ਨਹੀਂ ਹੈ ਸ਼ੈਤਾਨ। Satan is also recognized as a king and a god of this world. ਅੱਛਾ, ਸ਼ੈਤਾਨ ਨੂੰ ਬਾਦਸ਼ਾਹ ਤੇ ਇਸ ਦੁਨੀਆ ਦਾ ਖੁਦਾ ਵੀ ਕਿਹਾ ਗਿਆ। His kingdom is a kingdom of darkness and death, ਕਿਉਂਕਿ ਉਹਦਾ ਜਿਹੜਾ ਰਾਜ ਆ ਉਹ ਹਨੇਰੇ ਦਾ ਤੇ ਮੌਤ ਦਾ ਰਾਜ ਆ। Hebrews 2:14 and Judah 1:9, ਅਸੀਂ ਇਹਨੂੰ ਇਬਰਾਨੀਆਂ 2 ਦੀ 14ਵੀਂ ਆਇਤ 'ਚ ਵੀ ਦੇਖ ਸਕਦੇ ਹਾਂ ਕਿ ਉਹਦਾ ਜਿਹੜਾ ਰਾਜ ਆ ਹਨੇਰੇ ਦਾ ਤੇ ਮੌਤ ਦਾ ਆ, ਤੇ ਅਸੀਂ ਇਹਨੂੰ ਜੂਦਾ 1 ਦੀ 9ਵੀਂ ਆਇਤ 'ਚ ਵੀ ਦੇਖ ਸਕਦੇ ਹਾਂ। An evil spiritual kingdom that works in the children of disobedient, blinding the eyes of their understanding so they will not see the truth of salvation in Jesus Christ. ਕਿਉਂ ਜੋ ਜਿਹੜੇ ਲੋਕੀ ਉਹਦੀ ਗਲਤ ਜਿਹੜੀ ਰੂਹਾਨੀਅਤ ਆ ਉਹਦੇ ਵਿੱਚ ਕੰਮ ਕਰਦੇ ਆ, ਫਿਰ ਹੀ ਉਹ ਕਹਿਣੇਕਾਰੀ ਨਹੀਂ ਹੁੰਦੇ, ਉਹ ਕਹਿਣਾ ਨਹੀਂ ਮੰਨਦੇ ਬੱਚੇ, ਫਿਰ ਹੀ ਉਹਨਾਂ ਦੀਆਂ ਜਿਹੜੀਆਂ ਅੱਖਾਂ ਆ ਉਹ ਜਿਹੜੀ ਸੱਚੀ ਦੌਲਤ ਖੁਦਾ ਦੇ ਕਲਾਮ ਦੀ ਆ ਉਹਦੀ ਸਮਝਦਾਰੀ ਤੋਂ ਅੰਨੀਆਂ ਹੋ ਜਾਂਦੀਆਂ ਤੇ ਉਹ ਆਪਣੀ ਨਜਾਤ ਵੀ ਨਹੀਂ ਦੇਖ ਪਾਉਂਦੀਆਂ ਜਿਹੜੀਆਂ ਕਿ ਖੁਦਾਵੰਦ ਯਿਸੂ ਮਸੀਹ ਨੇ ਉਹਨਾਂ ਲਈ ਹਾਸਲ ਕੀਤੀ ਆ। ਅਸੀਂ ਇਹ ਐਫਸੀਆਂ 2 ਦੀ 2 ਆਇਤ ਤੇ ਐਫਸੀਆਂ 3 ਦੀ 2 ਆਇਤ ਦੇ ਵਿੱਚ ਵੀ ਦੇਖ ਸਕਦੇ ਹਾਂ। ਅਸੀਂ ਇਹਨੂੰ ਕੁਰੰਥੀਆਂ 4 ਦੀ 3 ਤੇ 4 ਆਇਤ 'ਚ ਵੀ
ਦੇਖ ਸਕਦੇ ਹਾਂ। ਅਸੀਂ ਇਹਨੂੰ ਫਸਟ ਜੌਨ ਪਹਿਲੇ ਯਹੋਨਾ ਦੀ ਤੀਸਰੇ ਚੈਪਟਰ ਦੀ 10ਵੇਂ ਅੱਜ ਵੀ ਦੇਖ ਸਕਦੇ ਹਾਂ। ਐਂਡ ਅਸੀਂ ਇਹਨੂੰ ਗੋਸਪਲ ਆਫ ਜੌਨ ਦੇ 12ਵੇਂ ਚੈਪਟਰ ਦੀ 31ਵੇਂ ਅੱਜ ਵੀ ਦੇਖ ਸਕਦੇ ਹਾਂ, ਅਤੇ ਗੋਸਪਲ ਆਫ ਜੌਨ ਦੀ 14ਵੇਂ ਚੈਪਟਰ ਦੀ 30ਵੀਂ ਮਤਲਬ 30th ਅੱਜ ਵੀ ਦੇਖ ਸਕਦੇ ਹਾਂ। ਐਂਡ ਵੀ ਇਸੇ ਤਰ੍ਹਾਂ ਗੋਸਪਲ ਆਫ ਜੌਨ ਦੀ 16ਵੇਂ ਚੈਪਟਰ ਦੀ 11ਵੀਂ ਅੱਜ ਵੀ ਦੇਖ ਸਕਦੇ ਹਾਂ। ਅਤੇ ਐਕਟਸ ਜਿਹੜਾ ਆ ਜਿਹਨੂੰ ਆਪਾਂ ਕਹਿੰਦੇ ਹਾਂ ਮਿਸਾਲ, ਉਹਦੇ 26ਵੇਂ ਚੈਪਟਰ ਦੀ ਤੁਸੀਂ 18ਵੀਂ ਅੱਜ ਵੀ ਇਹਨੂੰ ਦੇਖ ਸਕਦੇ ਹਾਂ। ਦ ਡੈਵਲ continued to exert control over unbelievers as he did over Adam when he sinned. ਸ਼ੈਤਾਨ ਅੱਜ ਵੀ ਜਿਹੜੇ ਨਹੀਂ ਯਕੀਨ ਕਰਦੇ, ਜਿਹੜੇ ਅਨਬਲੀਵਰਸ ਦਾ ਭਾਵ ਜਿਹੜੇ ਖੁਦਾ ਨੂੰ ਨਾ ਮੰਨਣ ਵਾਲੇ, ਐਂਟੀ ਕ੍ਰਾਈਸਟ ਥਿੰਕਿੰਗ ਰੱਖਣ ਵਾਲੇ, ਉਹਨਾਂ ਦੇ ਉੱਤੇ ਉਸੇ ਤਰ੍ਹਾਂ ਉਹਨਾਂ ਦੇ ਉੱਤੇ ਆਪਣਾ ਜ਼ੋਰ ਅਜ਼ਮਾ ਕੇ ਕਾਮਯਾਬ ਹੋ ਜਾਂਦਾ ਜਿੱਦਾਂ ਉਹਨੇ ਉਸ ਵੇਲੇ ਐਡਮ ਤੇ ਈਵ ਦੇ ਉੱਤੇ ਹੋ ਗਿਆ ਜਦੋਂ ਉਹਨਾਂ ਨੇ ਗੁਨਾਹ ਕਰ ਲਿਆ। Man sin and Satan's dominion over men are thus inextricably linked. ਜਿਹੜੀ ਸ਼ੈਤਾਨ ਦੀ ਜਿਹੜੀ ਰਾਜ ਕਰਨ ਦੀ ਆਦਤ ਤੇ ਇਨਸਾਨ ਦੀ ਜਿਹੜੀ ਪਾਪ ਕਰਨ ਦੀ ਆਦਤ, ਉਹ ਦੋਨੇ ਅਸੀਂ ਕਿਸ ਤਰੀਕੇ ਨਾਲ ਇੱਕ ਦੂਸਰੇ ਦੇ ਨਾਲ ਮਿਲ ਜਾਂਦੀਆਂ ਅਸੀਂ ਉਹ ਦੇਖਦੇ ਹਾਂ। ਫਸਟ ਜੌਨ ਦੀ ਤੀਸਰੇ ਚੈਪਟਰ ਦੀ 8ਵੀਂ ਅੱਜ, ਪਹਿਲੇ ਜੌਨ ਦੀ ਤੀਸਰੇ ਚੈਪਟਰ ਦੀ 8ਵੀਂ ਅੱਜ ਦੇ ਵਿੱਚ ਅਨਬਲੀਵ ਐਂਡ ਇਟਸ ਟੈਰੇਬਲ ਪਨਿਸ਼ਮੈਂਟ ਆਫ ਐਕਸਟਰਨਲ ਕੰਡਮਨੇਸ਼ਨ। ਇਹ ਨਾ ਯਕੀਨ ਕਰਨਾ ਇੱਕ ਬਹੁਤ ਵੱਡੀ ਸਜ਼ਾ ਆ ਜਿਹੜੀ ਕਿ ਸਾਨੂੰ ਹਮੇਸ਼ਾ ਦੀ ਜਿਹੜੀ ਆ ਸਾਨੂੰ ਦੁਰਘਾਰੇ ਜਾਣ ਤੱਕ ਵਾਲੇ ਪਾਸੇ ਲੈ ਜਾਂਦੀ ਆ। ਕਦੀ ਇਮੈਜਿਨ ਕਰੋ ਕਿ ਤੁਸੀਂ ਮੁੜ ਕੇ ਕਦੀ ਯਕੀਨ ਕਰ ਹੀ ਨਹੀਂ ਸਕਦੇ, ਤੁਹਾਡੇ ਇਹੋ ਜਿਹੇ ਮਾਈਂਡ ਸੁਭਾਅ ਸਿਚੁਏਸ਼ਨ ਹੋ ਜਾਵੇ ਕਿ ਤੁਸੀਂ ਕਦੀ ਯਕੀਨ ਹੀ ਨਹੀਂ ਕਿਸੇ ਉੱਤੇ ਵੀ ਫੇਥ ਈਮਾਨ ਜਿਹੜਾ ਕਰ ਨਾ ਸਕੋ। ਇਹ ਅਸੀਂ ਮਰਕਸ 16ਵੀਂ ਅੱਜ ਵੀ ਦੇਖ ਸਕਦੇ ਹਾਂ। ਆਰ ਦ ਕੌਨਸੀਕੁਐਂਸਿਸ ਆਫ ਸੇਟਨਸ ਵਿਕਡ ਵਰਕ ਇਨ ਮੈਨ। ਇਹ ਸ਼ੈਤਾਨ ਦਾ ਇਨਸਾਨ ਦੇ ਵਿੱਚ ਬਹੁਤ ਉਹਦੀ ਧੱਜੀਆਂ ਉਡਾਉਣ ਵਾਲਾ ਕੰਮ ਕਿ ਉਹਨੂੰ ਹਰ ਵੇਲੇ ਉਹਦੇ ਦਿਮਾਗ ਨੂੰ ਪੁੱਠੀਆਂ ਚੀਜ਼ਾਂ ਵਾਲੇ ਜਿਹੜੀਆਂ ਉਹਨੂੰ ਪੁੱਠੀਆਂ ਥੋਟਸ ਦੇ ਨਾਲ ਉਹਨੂੰ ਭਰੀ ਜਾਣ ਵਾਲੇ ਕੰਮ ਦਾ ਨਤੀਜਾ ਹੈ। ਇਹਨੂੰ ਅਸੀਂ ਅਫਸੀਆਂ ਦੂਸਰੇ ਦੀ ਪਹਿਲੇ ਚੈਪਟਰ 'ਚ ਅਫਸੀਆਂ ਦੂਸਰੇ ਕੁਰਿੰਥੀਆਂ ਦੇ ਅਸੀਂ ਇਹਨੂੰ ਦੇਖ ਸਕਦੇ ਹਾਂ। ਚੌਥੇ ਚੈਪਟਰ ਦੀ ਚੌਥੀ ਅੱਜ, ਮੱਤੀ 13ਵੇਂ ਦੀ 25ਵੀਂ ਅੱਜ ਵੀ ਦੇਖ ਸਕਦੇ ਹਾਂ। ਦੋਜ਼ ਹੂ ਰਿਫਿਊਜ਼ ਟੂ ਬਿਲੀਵ ਇਨ ਦ ਗੋਸਪਲ ਐਕਟ ਔਨ ਦ ਸੇਟਨਸ ਕਮਾਂਡ। ਜਿਹੜੇ ਖੁਦਾ ਦਾ ਬਚਨ ਬਿਲੀਵ ਨਹੀਂ ਕਰਦੇ, ਨਹੀਂ ਕਰਨਾ ਚਾਹੁੰਦੇ, ਉਹਨੂੰ ਪਿਆਰ ਨਹੀਂ ਕਰਦੇ, ਉਹਨੂੰ ਇਨਕਾਰ ਕਰ ਦਿੰਦੇ ਆ, ਉਹ ਸ਼ੈਤਾਨ ਦੀ ਜਿਹੜੀ ਆ ਕਮਾਂਡ ਉਹਦੇ ਥੱਲੇ ਆਪਣੇ ਆਪ ਆ ਜਾਂਦੇ ਆ। ਅਸੀਂ ਇਹਨੂੰ ਐਕਟ ਜਿਹੜੀ ਕਿ ਮਿਸਾਲ ਦੀ 26ਵੇਂ ਚੈਪਟਰ ਦੀ 18ਵੀਂ ਆਇਤ ਦੇ ਵਿੱਚ ਦੇਖ ਸਕਦੇ ਹਾਂ। ਇਸ ਨੂੰ ਕੁਲਸੀਆ ਪਹਿਲੇ ਦੀ 13ਵੀਂ ਅੱਜ ਵੀ ਦੇਖ ਸਕਦੇ ਹਾਂ। Denying the existence of demon is itself a consequence of the devil's work in the human heart. ਜਦੋਂ ਅਸੀਂ ਕਿਸੇ ਵੀ ਸ਼ੈਤਾਨ ਦੀ ਕਿਸੇ ਵੀ ਜਿਹੜੀ ਆਦਤ ਹੈ, ਜਦੋਂ ਅਸੀਂ ਉਹਨੂੰ ਇਨਕਾਰ ਕਰਦੇ ਹਾਂ ਤੇ ਉਹੀ ਸਾਡੇ ਦਿਲਾਂ ਦੇ ਵਿੱਚ ਸਾਡੇ ਦਿਲਾਂ ਦੇ ਵਿੱਚ ਸ਼ੈਤਾਨ ਜਿਹੜਾ ਹੈ ਨਾ ਉਹਨੂੰ ਇੱਕ ਧੱਕਾ ਦਿੰਦਾ ਆ। ਅਸੀਂ ਇਹਨੂੰ ਦੂਸਰੇ ਕੁਰਿੰਥੀਆਂ ਦੇ 11ਵੇਂ ਚੈਪਟਰ ਦੀ 14ਵੀਂ ਆਇਤ ਵਿੱਚ ਵੀ ਦੇਖ ਸਕਦੇ ਹਾਂ। ਅੱਜ ਅਸੀਂ ਖੁਦਾ ਦੀ ਹਜ਼ੂਰੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਇਨਸਾਨ ਆ ਉਹਦੇ ਉੱਤੇ ਘਬਰਾਹਟ, ਹਫੜਾ ਦਫੜੀ ਤੇ ਕੇਓਸ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਆਈ। ਅਸੀਂ ਅੱਜ ਸ਼ੁਰੂ ਤੋਂ ਇਹਨੂੰ ਦੇਖਿਆ ਤਾਂ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਜਿਹੜਾ ਅੱਜ ਦੀ ਜਿਹੜੀ ਸਟੱਡੀ ਆ ਉਹਦੇ ਤੋਂ ਇੰਨੀ ਵੀ ਬਰਕਤ ਤੇ ਇੰਨੀ ਹੀ ਖੁਸ਼ੀ ਤਾਕਤ ਮਿਲੀ ਹੋਏਗੀ ਜਿੰਨੀ ਮੈਨੂੰ ਮਿਲੀ ਤੁਹਾਡੇ ਨਾਲ ਇਹਨੂੰ ਸ਼ੇਅਰ ਕਰਦੇ ਹਾਂ। ਸੋ ਮੈਂ ਆਸ ਕਰਦੀ ਹਾਂ ਕਿ ਖੁਦਾਵੰਦ ਤੁਹਾਡੇ ਮਨਾਂ ਨੂੰ ਆਪਣੇ ਨਾਲ ਜੋੜਨ ਲਈ ਤੁਹਾਨੂੰ ਈਮਾਨ ਦੇ ਵਿੱਚ ਪੁਖਤਾ ਤੇ ਤਾਕਤ ਦੇਵੇ ਤਾਂ ਕਿ ਤੁਸੀਂ ਸ਼ੈਤਾਨ ਦੇ ਸ਼ਿਕੰਜਿਆਂ ਦੇ ਵਿੱਚੋਂ ਬਾਹਰ ਨਿਕਲ ਕੇ ਖੁਦਾਵੰਦ ਯਿਸੂ ਮਸੀਹ ਦਾ ਹੱਥ ਪਕੜ ਕੇ ਨਜਾਤ ਦੀ ਟੋਪੀ ਪਹਿਨ ਕੇ, ਨਜਾਤ ਦਾ ਜਿਹੜਾ ਸੰਜੋ ਪਹਿਨ ਕੇ ਤੁਸੀਂ ਉਹ ਖੁਦਾਵੰਦ ਦੇ ਨਾਲ ਆਪਣੇ ਆਪ ਨੂੰ ਤੋਰ ਸਕੋ ਤਾਂ ਕਿ ਤੁਸੀਂ ਹਮੇਸ਼ਾ ਲਈ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਉਹਨੇ ਤੁਹਾਡੇ ਲਈ ਦਿੱਤੀਆਂ ਹੋਈਆਂ ਨੇ, ਜੋ ਨਿਹਮਤਾਂ ਨੇ, ਜੋ ਮੁਆਫੀਆਂ ਨੇ, ਉਹ ਸਾਰੀਆਂ ਲੈਂਦੇ ਹੋਏ ਖੁਦਾ ਦੇ ਨਾਲ ਚੱਲ ਸਕੋ। ਦ ਨੇਮ ਆਫ ਲਾਰਡ ਜੀਸਸ ਕ੍ਰਾਈਸਟ ਬੀ ਬਲੈਸਡ। ਆਮੀਨ। ਚਿੱਠੀ ਯਿਸੂ ਜਾਣੇ ਫੜੀ